ਹੁੰਦਾ ਜਦੋਂ ਮੌਰਗੇਜ ਕਰਾਉਣੀ ਹੁੰਦੀ ਆ ਵੀ ਭਾਜੀ ਏ ਲੈਂਡਰ ਤੋਂ ਹੋਣੀ ਆ ਜਾਂ ਬੀ ਲੈਂਡਰ ਤੋਂ ਹੋਣੀ ਆ ਜਾਂ ਸੀ ਲੈਂਡਰ ਤੋਂ ਹੋਣੀ ਆ। ਸੋ ਏ ਲੈਂਡਰ, ਬੀ ਲੈਂਡਰ, ਸੀ ਲੈਂਡਰ ਹੁੰਦਾ ਕੀ ਆ, ਕਿੰਨਾ ਕੁ ਮੌਰਗੇਜ ਜਾਂ ਇੰਟਰਸਟ ਰੇਟ ਦਾ ਕਿੰਨਾ ਕੁ ਫਰਕ ਪੈਂਦਾ ਵਾ, ਬੈਂਕ ਆਪਣੀ ਪ੍ਰੋਫਾਈਲ ਕਿੱਦਾਂ ਦੇਖਦਾ ਵੀ 20% ਦੀ ਕਲੋਜ਼ਿੰਗ ਹੋਣੀ ਆ ਜੀ, ਅਸਲ 'ਚ 20% ਤੇ ਹੋਣੀ ਆ ਜਾਂ 20% ਤੋਂ ਘੱਟ ਤੇ ਵੀ ਹੁੰਦੀ ਆ। ਓਕੇ ਦੇਵ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਜੀ। ਸੋ ਫਰਸਟ ਆਫ ਆਲ ਆਪਣਾ ਤੁਸੀਂ ਨਾਮ ਦੱਸੋ, ਤੁਹਾਡਾ ਨਾਮ ਕੀ ਆ? ਮੇਰਾ ਨਾਮ ਹੈ ਜੀ ਦੇਵ ਕੌਰਾ। ਦੇਵ ਕੌਰਾ ਤੁਹਾਡਾ ਨਾਮ ਹੈ ਵੀਰ ਜੀ। ਸੋ ਤੁਸੀਂ, ਤੁਹਾਡਾ ਪ੍ਰੋਫੈਸ਼ਨ ਕੀ ਹੈ ਜੀ? ਦੇਖੋ ਜੀ, ਪ੍ਰੋਫੈਸ਼ਨਲੀ ਆਈ ਐਮ ਅ ਮੌਰਗੇਜ ਸਪੈਸ਼ਲਿਸਟ ਤੇ ਮੈਂ ਮੌਰਗੇਜ ਲਾਇਸੈਂਸ ਦੇ ਨਾਲ ਕੰਮ ਕਰਦਾ ਤੇ ਆਈ ਕਮ ਫਰਮ ਆਈਟੀ ਬੈਕਗਰਾਊਂਡ, ਬੈਕ ਹੋਮ ਇੰਡੀਆ ਤੋਂ। ਹਾਂਜੀ। ਫਿਰ ਇੱਥੇ ਆ ਕੇ ਅਸੀਂ ਫਾਈਨੈਂਸ਼ੀਅਲ ਇੰਡਸਟਰੀ 'ਚ ਰਹੇ ਤੇ ਮੈਂ 2018 ਦੇ ਵਿੱਚ ਆਪਣਾ ਮੌਰਗੇਜ ਦਾ ਕੰਮ ਸ਼ੁਰੂ ਕਰ ਲਿਆ ਸੀ ਐਂਡ ਹੁਣ ਰੱਬ ਦੀ ਦਇਆ ਨਾਲ ਆਪਾਂ ਬਿਲਕੁਲ ਬਿਲਕੁਲ ਬਿਲਕੁਲ। ਸੋ ਕਿੱਦਾਂ ਦੀ ਮੌਰਗੇਜਸ ਕਰਦੇ ਹੋ ਤੁਸੀਂ? ਅਸੀਂ ਜੀ ਹਰ ਤਰੀਕੇ ਦੀ ਮੌਰਗੇਜ ਕਰਦੇ ਹਾਂ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸ, ਈਵਨ ਸਾਡੇ ਕੋਲ ਟਰੱਕ ਲੋਨਸ ਵੀ ਹੈਗੇ ਨੇ ਤੇ ਐਨੀ ਟਾਈਪ ਆਫ ਫਾਈਨੈਂਸ਼ੀਅਲ ਨੀਡ, ਲਾਈਨ ਆਫ ਕ੍ਰੈਡਿਟਸ, ਬਿਜ਼ਨਸ ਲਾਈਨ ਆਫ ਕ੍ਰੈਡਿਟਸ, we take care of all the financial needs. But mortgage is the main thing. Mortgage is the main thing. Residential mortgage is ਸਾਡਾ ਬਿਜ਼ਨਸ ਸਭ ਤੋਂ ਵੱਡਾ ਚੰਕ ਹੈ। ਓਕੇ ਓਕੇ। ਤੇ ਵੈਲ ਮੇਰਾ ਜ਼ਿਆਦਾ ਫੋਕਸ ਹੈਗਾ ਜੀ ਫਰਸਟ ਟਾਈਮ ਹੋਮ ਬਾਇਰਸ ਤੇ, ਹੈ ਨਾ। ਸੋ ਫਰਸਟ ਟਾਈਮ ਹੋਮ ਬਾਇਰਸ ਨੂੰ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਜਿਹੜੀਆਂ ਤੁਸੀਂ ਹਰ ਰੋਜ਼, ਤੁਹਾਨੂੰ ਹੁਣ ਤੁਸੀਂ ਹਰ ਰੋਜ਼ ਹੀ ਮੌਰਗੇਜਸ ਕਰਦੇ ਹੋ, ਤੁਸੀਂ ਮੈਨੂੰ ਦੱਸਿਆ ਵੀ ਹੁਣ ਵੀ ਰਾਈਟ ਨਾਓ ਤੁਸੀਂ ਕਾਫੀ ਮੌਰਗੇਜ ਜਿਨ੍ਹਾਂ ਦੀ ਕਰਨੀ ਆ ਉਹਨਾਂ ਦੇ ਨਾਲ ਤੁਸੀਂ ਬੈਕ ਐਂਡ ਫੋਰਥ ਗੱਲਬਾਤ ਕਰ ਰਹੇ ਹੋ, ਤੁਹਾਨੂੰ ਤੁਹਾਡਾ ਫੋਨ ਵੀ ਬਹੁਤ ਚੱਲ ਰਿਹਾ ਵਾ। ਸੋ ਕਿੱਦਾਂ ਦੀਆਂ ਪ੍ਰੋਬਲਮਸ ਫੇਸ ਕਰ ਰਿਹਾ ਫਰਸਟ ਟਾਈਮ ਹੋਮ ਬਾਇਰਸ ਰਾਈਟ ਨਾਓ? ਦੇਖੋ ਜੀ, ਫਸਟ ਟਾਈਮ ਹੋਮ ਬਾਇਰਸ ਮੋਸਟਲੀ ਜਿਹੜੀ ਪ੍ਰੋਬਲਮ ਫੇਸ ਕਰਦੇ ਆ ਉਹ ਹੈਗੀ ਲੈਕ ਆਫ ਨੌਲੇਜ। ਓਕੇ। ਜੋ ਮੇਰੀ ਰੀਡਿੰਗ ਹੈਗੀ ਹੈ, ਕਿਉਂਕਿ ਜਿਹੜਾ ਬੰਦਾ ਨਵਾਂ ਆਉਂਦਾ, ਜਿਵੇਂ ਇੰਡੀਆ ਜਾਂ ਆਪਾਂ ਜਿੱਥੋਂ ਬਾਹਰੋਂ ਪੰਜਾਬ ਤੋਂ ਆਉਂਦੇ ਹਾਂ, ਉੱਥੇ ਪ੍ਰੋਪਰਟੀ ਖਰੀਦਣ ਦਾ ਸਿਸਟਮ ਥੋੜ੍ਹਾ ਜਿਹਾ ਡਿਫਰੈਂਟ ਹੈ। ਠੀਕ ਹੈ, ਉੱਥੇ ਘਰ ਬੈਂਕਿੰਗ ਸਿਸਟਮ ਦਾ ਜਿਹੜਾ ਲੋਨ ਦੇਣ ਦਾ ਸਿਸਟਮ ਹੈ ਉਹ ਵੀ ਥੋੜ੍ਹਾ ਜਿਹਾ ਡਿਫਰੈਂਟ ਹੈ, ਅਸੈਸਮੈਂਟ ਸਿਸਟਮ ਵੀ ਡਿਫਰੈਂਟ ਹੈ, ਇੱਥੇ ਥੋੜ੍ਹਾ ਡਿਫਰੈਂਟ ਹੈ। ਅਤੇ ਮੈਂ ਫਸਟ ਟਾਈਮ ਹੋਮ ਬਾਇਰਸ ਨੂੰ ਇਹ ਸੁਜੈਸਟ ਕਰਦਾ ਵੀ ਜਦੋਂ ਤੁਸੀਂ ਘਰ ਲੈਣਾ ਹੁੰਦਾ, ਸਭ ਤੋਂ ਪਹਿਲਾ ਐਕਸ਼ਨ ਹੈ ਕਿ ਇੱਕ ਚੰਗੇ ਰੀਅਲਟਰ ਤੇ ਇੱਕ ਮੌਰਗੇਜ ਸਪੈਸ਼ਲਿਸਟ ਦੇ ਨਾਲ ਕੰਟੈਕਟ ਚਾਹੋ, ਉਹਨਾਂ ਤੋਂ ਗਾਈਡੈਂਸ ਲਓ, ਆਪਣਾ ਫਾਈਨੈਂਸ਼ੀਅਲ ਸਿਨੈਰੀਓ ਸਟੱਡੀ ਕਰੋ ਤੇ ਉਹਨਾਂ ਤੋਂ ਸਮਝੋ ਕਿ ਤੁਹਾਡੀ ਕਰੰਟ ਫਾਈਨੈਂਸ਼ੀਅਲ ਸਿਨੈਰੀਓ ਤੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿਹੜੀ ਚੀਜ਼ ਤੁਹਾਡੇ ਵਾਸਤੇ ਬੈਸਟ ਸੂਟੇਬਲ ਹੈ। ਤਾਂ ਇੱਕ ਛੋਟਾ ਐਗਜ਼ਾਮਪਲ ਦਿੰਦਾ, ਨੋਰਮਲ ਗੱਲ ਹੈ, ਆਪਣਾ ਇੰਡੀਅਨ ਜਦ ਵੀ ਆਪਾਂ ਇੱਥੇ ਆਉਂਦੇ ਹਾਂ, ਆਪਾਂ ਲੋਕਾਂ ਨੂੰ ਗੱਡੀ ਚਾਹੀਦੀ ਹੁੰਦੀ ਹੈ, ਠੀਕ ਹੈ ਨਾ। ਤੇ ਕੀ ਹੁੰਦਾ ਕਿ ਚਲੋ ਆਪਾਂ ਨੂੰ ਸ਼ੌਕ ਹੁੰਦਾ, ਆਪਾਂ ਕਈ ਵਾਰ ਕੀ ਕਰਦੇ ਹਾਂ ਕਿ ਭਾਵੇਂ ਬੇਸਮੈਂਟ 'ਚ ਰਹਿ ਰਹੇ ਹੋ ਜਾਂ ਰੈਂਟਲ ਰਹਿ ਰਹੇ ਹੋ, ਆਪਾਂ ਗੱਡੀ ਮਹਿੰਗੀ ਖਰੀਦ ਲੈਂਦੇ ਹਾਂ। ਹਾਂਜੀ। ਹੁਣ ਕੀ ਹੁੰਦਾ ਹੈ ਕਿ ਗੱਡੀ ਦਾ ਜਿਹੜਾ ਆਟੋ ਫਾਈਨਾਂਸ ਹੈ ਉਹਦਾ ਸਿਸਟਮ ਤੇ ਹੋਮ ਫਾਈਨਾਂਸ ਦਾ ਸਿਸਟਮ ਬਹੁਤ ਡਿਫਰੈਂਟ ਹੈ। ਆਟੋ ਫਾਈਨਾਂਸ ਛੋਟੇ ਟੈਨਿਓਰ ਲਈ ਹੁੰਦਾ ਤੇ ਗੱਡੀ ਜਿਹੜੀ ਫਾਈਨਾਂਸ ਹੁੰਦੀ ਹੈ 5 ਸਾਲ ਮੈਕਸਿਮਮ 7 ਸਾਲ ਲਈ ਹੁੰਦੀ ਹੈ। ਤੇ ਈਵਨ 30-40 ਹਜ਼ਾਰ ਦੀ ਗੱਡੀ ਜਿੰਨੀ ਕਿਸ਼ਤ ਬਣਦੀ ਹੈ ਨਾ, ਉਹ ਕੋਈ ਮਕਾਨ ਦੇ ਲੱਖ 1.5 ਲੱਖ ਦੇ ਬਰਾਬਰ ਹੁੰਦੀ ਹੈ। ਤੇ ਤੁਸੀਂ ਕਈ ਵਾਰ ਦੇਖੋ ਕਿ ਤੁਸੀਂ 40 ਹਜ਼ਾਰ ਦੀ ਗੱਡੀ ਲਿੱਤੀ, $500 ਕਿਸ਼ਤ ਬਣ ਗਈ, ਵੇਅਰਐਜ਼ ਮਕਾਨ 'ਚ ਆਪਣੀ $500 ਕਿਸ਼ਤ $1,00,000 ਦੇ ਉੱਪਰ ਬਣਦੀ ਹੈ ਜਾ ਕੇ। ਤੇ ਕੀ ਹੁੰਦਾ ਹੈ ਕਿ ਉਸ ਚੱਕਰ ਦੇ ਵਿੱਚ ਨਾ ਅਸੀਂ ਗੱਡੀ ਲੈ ਕੇ ਆਪਣੀ ਵੱਡੀ ਰੈਜ਼ੀਡੈਂਸ਼ੀਅਲ ਮੌਰਗੇਜ ਦਾ ਚੰਕ ਕਟਵਾ ਲੈਂਦੇ ਹਾਂ। ਸੋ ਚੰਕ ਮੀਨਸ ਵੀ ਜੇ ਆਪਾਂ ਨੂੰ 5 ਲੱਖ ਦੀ ਮੌਰਗੇਜ ਮਿਲਣੀ ਸੀ, ਉਹ 4 ਦੀ ਰਹਿ ਗਈ, ਕਿਉਂਕਿ ਸਾਡੇ ਉੱਪਰ ਆਲਰੇਡੀ ਇੱਕ ਲਾਇਬਿਲਿਟੀ ਆ ਗਈ। ਤੇ ਮੈਂ ਐਡਵਾਈਸ ਕਰਦਾ ਵੀ ਸਪੋਜ਼ ਜੇ ਆਪਾਂ ਨੂੰ ਪਤਾ ਯਾਰ ਆਪਾਂ ਹੁਣ ਘਰ ਲੈਣ ਦਾ ਪਲਾਨ ਕਰ ਰਹੇ ਹਾਂ, ਠੀਕ ਹੈ ਨਾ, ਜੇ ਬੰਦਾ ਮੇਰੇ ਤੁਹਾਡੇ ਟੱਚ 'ਚ ਆਵੇ, ਅਸੀਂ ਉਹਨੂੰ ਪਹਿਲਾਂ ਹੀ ਦੱਸ ਦਈਏ ਜੇ ਤੁਸੀਂ ਗੱਡੀ ਲੈਣ ਦਾ ਪਲਾਨ ਕਰ ਰਹੇ ਹੋ ਪਹਿਲਾਂ ਘਰ ਲੈ ਲਓ, ਉਸ ਤੋਂ ਬਾਅਦ ਗੱਡੀ ਉਨੀ ਦੇਰ ਤੱਕ ਜੇ ਤੁਸੀਂ ਥੋੜ੍ਹਾ ਛੋਟੀ ਗੱਡੀ ਨਾਲ ਕੰਮ ਚਲਾ ਸਕਦੇ ਹੋ ਜਾਂ ਉਹੋ ਜਿਹੀ ਗੱਡੀ ਲੈ ਲਓ ਜਿਹੜੀ ਤੁਸੀਂ ਸਿੱਧਾ ਕੈਸ਼ ਬਾਏ ਆਊਟ ਕਰ ਸਕਦੇ ਹੋ, ਉਹ ਤੁਹਾਡੇ ਵਾਸਤੇ ਬੈਸਟ ਹੈ। ਮੈਂ ਆਪਣਾ ਸਿਨੈਰੀਓ ਦੱਸਦਾ, ਜਦ ਮੈਂ ਇੱਥੇ ਆਇਆ ਸੀ ਕੈਨੇਡਾ ਦੇ ਵਿੱਚ, ਮੈਂ ਪਹਿਲਾਂ ਵੱਡੀ ਗੱਡੀ ਨਹੀਂ ਲਿੱਤੀ, ਮੈਂ ਛੋਟੀ ਗੱਡੀ ਲਿੱਤੀ, ਮੈਂ ਜ਼ੀਰੋ ਡੈਟ ਤੇ ਰਿਹਾ ਜਦ ਤੱਕ ਕਿ ਮੈਂ ਮਕਾਨ ਨਹੀਂ ਲੈ ਲਿਆ। ਜਿੱਦਣ ਮੈਂ ਮਕਾਨ ਦੀ ਕਲੋਜ਼ਿੰਗ ਕੀਤੀ ਉਹ ਤੋਂ ਅਗਲੇ ਦਿਨ ਜਾ ਕੇ ਜੀ ਮੈਂ ਬ੍ਰਾਂਡ ਨਿਊ ਗੱਡੀ ਕਢਵਾ ਲਈ। ਕੀ ਬਾਤ ਹੈ। ਕਿਉਂਕਿ ਉਦੋਂ ਜੀ ਮੈਂ ਐਸਯੂਵੀ ਲਈ ਸੀਗੀ, ਨਿਸਾਨ ਦੀ ਰੋਗ ਲਈ ਸੀਗੀ, ਬਟ ਮੇਨ ਚੀਜ਼ ਇਹ ਸੀਗਾ ਕਿ ਸਾਨੂੰ ਪਤਾ ਵੀ ਘਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਨਾ ਉਹਦੀ ਕਲੋਜ਼ਿੰਗ ਹੋ ਚੁੱਕੀ ਹੈ, ਉਹਦੀ ਕਿਸ਼ਤ ਤੋਂ ਬਾਅਦ ਅਸੀਂ ਇੰਨਾ ਪਲਾਨ ਅਫੋਰਡ ਕਰ ਸਕਦੇ ਹਾਂ। ਤੇ ਚਾਹੇ ਅਫੋਰਡੇਬਿਲਿਟੀ ਪਹਿਲਾਂ ਵੀ ਸੀਗੀ, ਸਾਨੂੰ ਪਤਾ ਸੀਗਾ ਕਿ ਅਸੀਂ ਐਲੀਜੀਬਲ ਹੋ ਜਾਣਾ, ਬਟ ਇਹ ਹੁੰਦਾ ਨਾ ਮੈਂ ਪਹਿਲਾਂ ਗੱਡੀ ਦੀ ਕਿਸ਼ਤ ਬੰਦ ਤਾਂ ਹੋ ਸਕਦਾ ਮੈਨੂੰ ਮਕਾਨ ਵਾਸਤੇ ਉਨੀ ਅਮਾਊਂਟ ਮੌਰਗੇਜ ਨਾ ਮਿਲਦੀ ਜਿਹੋ ਜਿਹਾ ਮੈਨੂੰ ਘਰ ਚਾਹੀਦਾ ਸੀ। ਉਹ ਬੈਟਰ ਇਹ ਹੈ ਕਿ ਮੈਂ ਘਰ ਤੇ ਕੰਪਰੋਮਾਈਜ਼ ਕਰਾਂ ਜਾਂ ਬੈਟਰ ਹੈ ਕਿ ਮੈਂ ਗੱਡੀ ਤੇ ਕੰਪਰੋਮਾਈਜ਼ ਕਰਾਂ। ਬਿਲਕੁਲ। ਤੇ ਮੈਂ ਇਨੀਸ਼ੀਅਲੀ ਗੱਡੀ ਤੇ ਕੰਪਰੋਮਾਈਜ਼ ਕੀਤਾ, ਉਹ ਟੈਂਪਰੇਰੀ ਸੀਗਾ 6 ਮਹੀਨੇ ਸਾਲ ਦਾ, ਉਹ ਤੋਂ ਘਰ ਲੈ ਲਿਆ, ਉਹ ਤਾਂ ਹੌਲੀ ਹੌਲੀ ਕਰਕੇ ਗੱਡੀ ਲੈਣੀ ਜੀ। ਤੇ ਉਸ ਤੋਂ ਬਾਅਦ ਜੋ ਕੁਛ ਚਾਹੀਦਾ ਜੀ, ਹੁਣ ਘਰ ਸਾਡਾ ਅੱਜ ਵੀ ਉਹੀ ਹੈ, ਗੱਡੀਆਂ ਉੱਤੋਂ ਅਸੀਂ 4 ਬਦਲ ਕੇ ਕਿੱਥੇ ਦੀ ਕਿੱਥੇ ਪਹੁੰਚ ਗਏ ਤੇ ਉਹ ਵਾਲੀ ਗੱਲ ਹੋ ਜਾਂਦੀ ਹੈ। ਤਾਂ ਇਹ ਹੁੰਦਾ ਹੈ ਕਿ ਜਿਹੜਾ ਫਾਈਨੈਂਸ਼ੀਅਲ ਸਿਨੈਰੀਓ ਇਸ ਕੰਟਰੀ ਦਾ ਹੈਗਾ ਉਹ ਜਨਰਲੀ ਫਸਟ ਟਾਈਮ ਹੋਮ ਬਾਇਰ ਹੈ, ਕਿਉਂਕਿ ਨਿਊ ਕਮਰ ਹੁੰਦਾ ਤੇ ਉਹਨੂੰ ਘੱਟ ਪਤਾ ਹੁੰਦਾ। ਹੁਣ ਅਫਕੋਰਸ ਜਿਹੜਾ ਬੰਦਾ ਫਸਟ ਟਾਈਮ ਹੋਮ ਬਾਇਰ ਜਿਹੜਾ ਇੱਥੇ ਪਲਿਆ ਬੜਾ ਪੇਰੈਂਟਸ ਤੋਂ ਬਾਅਦ ਆਪਣਾ ਘਰ ਲੈ ਰਹੇ ਉਹਨਾਂ ਨੂੰ ਨੌਲੇਜ ਪਹਿਲਾਂ ਤੋਂ ਹੈਗੀ, ਲੇਕਿਨ ਜਿਹੜੇ ਆਪਣੇ ਬੰਦੇ ਪੰਜਾਬ 'ਚੋਂ ਆ ਰਹੇ ਨੇ
ਮੋਸਟਲੀ ਫਸਟ ਟਾਈਮ ਹੋਮ ਬਾਇਰ ਨਵਾਂ ਇਮੀਗ੍ਰੈਂਟ ਹੀ ਹੁੰਦਾ ਹੈ, ਉਹਨੂੰ ਇੰਨੇ ਸਿਸਟਮ ਦੀ ਨੌਲੇਜ ਨਹੀਂ ਹੁੰਦੀ। ਜਦ ਆਪਾਂ ਘਰ ਲੈ ਲੈਂਦੇ ਆ ਸਾਰਾ ਕੁਝ ਕਰ ਲੈਂਦੇ, ਫਿਰ ਆਪਾਂ ਨੂੰ ਸਾਰਿਆਂ ਨੂੰ ਨੌਲੇਜ ਆਟੋਮੈਟਿਕਲੀ ਹੋ ਜਾਂਦੀ, ਕਿਉਂਕਿ ਅਸੀਂ ਸਟੈਪਸ ਤੋਂ ਗੁਜ਼ਰ ਚੁੱਕੇ ਹਾਂ, ਐਕਸਪੀਰੀਅੰਸ ਹੋ ਜਾਂਦਾ। ਇਸ ਵੇ ਹੁਣ ਜਿਵੇਂ ਆਪਾਂ ਇਮੀਗ੍ਰੇਸ਼ਨ ਕਰਾਉਣੀ ਹੁੰਦੀ ਹੈ, ਪੰਜਾਬ 'ਚ ਬੈਠਾ ਬੰਦਾ ਕੁਝ ਹੋਰ ਹੀ ਸੋਚਦਾ ਕੈਨੇਡਾ ਬਾਰੇ, ਇੱਥੇ ਆਉਣ ਤੋਂ ਬਾਅਦ ਪਤਾ ਲੱਗਦਾ ਕਿ ਲਾਈਫ ਕਿੱਦਾਂ ਸਟੈਪਸ ਚੱਲਦੀ ਹੈ। ਤਾਂ ਜਿਹੜਾ ਬੰਦਾ ਇੱਥੇ ਆ ਕੇ ਕੁਝ ਸਾਲ ਰਹਿ ਲਿਆ, ਉਹਨੂੰ ਪਤਾ ਲੱਗ ਗਿਆ ਸੇਮ ਚੀਜ਼ ਘਰ ਬਾਇੰਗ ਦੀ ਜਰਨੀ ਤੇ ਮੌਰਗੇਜ ਦੀ ਜਰਨੀ ਹੈ, ਫਾਈਨੈਂਸ਼ੀਅਲ ਜਰਨੀ ਦੇ ਵਿੱਚ ਹੈ। ਹਰ ਇੱਕ ਬੰਦੇ ਨੇ ਘਰ ਲੈਣਾ, ਹਰ ਇੱਕ ਨੇ ਗੱਡੀ ਲੈਣੀ, ਹਰ ਇੱਕ ਨੇ ਇੰਸ਼ੋਰੈਂਸ ਲੈਣੀ, ਹਰ ਇੱਕ ਨੇ ਬੱਚਿਆਂ ਦੇ RSPs ਕਰਾਉਣੀਆਂ, ਬਟ ਇਹ ਜਦ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਸਭ ਪਤਾ ਲੱਗ ਜਾਂਦਾ ਹੈ। ਇਹ ਗੱਲ ਫਿਰ ਦੂਜੀ ਚੀਜ਼ ਇਹ ਹੁੰਦੀ ਹੈ ਕਿ ਜਿਹੜੀ ਤੁਸੀਂ ਸੇਵਿੰਗਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਜਿਵੇਂ RSPs ਦੇ ਵਿੱਚ ਪਾਈਏ, ਉਹਦਾ ਬੈਨੀਫਿਟ ਕੀ ਹੁੰਦਾ ਹੈ ਕਿ ਜਦ ਅਸੀਂ ਫਸਟ ਟਾਈਮ ਘਰ ਲੈਣਾ ਤਾਂ ਗਵਰਨਮੈਂਟ ਸਾਨੂੰ ਅਲਾਉ ਕਰਦੀ ਹੈ $25,000 ਪਰ ਪਰਸਨ ਤੱਕ ਆਪਣੀ RSP ਵਿਡਰਾ ਕਰ ਸਕਦੇ ਵਿਦਆਊਟ ਟੈਕਸ। ਤੇ ਮੈਂ ਐਡਵਾਈਸ ਕਰਾਂਗਾ ਲੋਕਾਂ ਨੂੰ ਕਿ ਆਪਣੀ RSP ਕੰਟਰੀਬਿਊਸ਼ਨ ਕਰੋ। ਲੋਕੀ ਸੋਚਦੇ ਕਿ ਨਹੀਂ ਆਪਾਂ RSP 'ਚ ਪਾਉਂਦੇ ਆ ਪੈਸਾ ਬਲੌਕ ਹੋ ਜਾਵੇ, ਨਹੀਂ। ਇਹ ਫਾਈਨੈਂਸ਼ੀਅਲ ਸਿਸਟਮ ਸਮਝਣ ਵਾਲੀ ਗੱਲ ਹੈ ਵੀ ਜਦ ਤੁਸੀਂ ਪੈਸੇ ਕਮਾਉਂਦੇ ਹੋ, ਗਵਰਨਮੈਂਟ ਤੁਹਾਨੂੰ 18% ਤੱਕ ਆਪਣੀ ਇਨਕਮ RSP 'ਚ ਪਾਉਣ ਨੂੰ ਅਲਾਉਂਸ ਦਿੰਦੀ ਹੈ, ਉਹਨੂੰ ਪਾਓ, ਉੱਤੇ ਤੁਸੀਂ ਟੈਕਸ ਬਚਾ ਲਿਆ। ਸਪੋਜ਼ ਤੁਸੀਂ ਕਿਸੇ ਬੰਦੇ ਨੇ ਜੀ $50,000 ਕਮਾਇਆ, ਠੀਕ ਹੈ, ਉਹਨੇ 50,000 ਕਮਾ ਕੇ ਹੁਣ ਇੱਕ ਪਾਸੇ ਤਾਂ ਜੇ RSP ਕੰਟਰੀਬਿਊਸ਼ਨ ਨਹੀਂ ਕੀਤੀ ਕਿਤੇ ਤਾਂ ਪੂਰੇ 50,000 ਤੱਕ ਜਿੰਨਾ ਟੈਕਸ ਬਣਿਆ ਸਾਰਾ ਦੇਣਾ ਪੈਣਾ। ਦੂਜੇ ਪਾਸੇ ਉਹਨੇ $9,000 RSP 'ਚ ਪਾਤਾ, ਹੁਣ ਟੈਕਸ ਲੱਗੂਗਾ 41 ਤੇ, ਜਿਹੜਾ ਅਪਰ 9,000 ਦਾ ਟੈਕਸ ਸੀਗਾ ਉਹ ਤਾਂ ਬਚਾ ਲਿਆ ਨਾ, ਠੀਕ ਹੈ ਨਾ। ਫਿਰ 25,000 ਉਹ ਤੇ 25,000 ਉਹਨਾਂ ਦੇ ਜੋ ਸਪਾਊਸ ਹੁੰਦੇ ਨੇ ਉਹ ਵੀ ਕਢਾ ਸਕਦੇ ਨੇ, ਤੇ ਦੋਨੋਂ ਜਾਣੇ ਆਪਣੀ RSPs ਪਾਓ ਪੂਰੀਆਂ। ਤੁਹਾਨੂੰ ਪਤਾ ਹੈ ਕਿ ਹੁਣ 25,000 ਤੱਕ RSP ਤੁਸੀਂ ਕਢਾ ਸਕਦੇ ਹੋ ਆਪਣਾ ਘਰ ਲੈਣ ਵੇਲੇ, ਉਨੀ ਦੇਰ ਤੱਕ ਟੈਕਸ ਬਚਾਓ ਉਸ ਪੈਸੇ, ਬਲਕਿ ਆਪਣੀ ਕੈਪੀਟਲ ਬਚਾਓ ਆਪਣੀ ਸੇਵਿੰਗ ਵਾਸਤੇ। ਜਦ ਘਰ ਲੈਣਾ ਡਾਊਨ ਪੇਮੈਂਟ ਲਈ ਆਪਣਾ 25,000 ਦੀ RSP ਕਢਾਈਏ, 50,000 ਤੁਹਾਡੇ ਕੋਲ ਇਕੱਠਾ ਹੋ ਗਿਆ। ਜੇ ਆਪਾਂ RSP ਕਢਾ ਲੈਂਦੇ ਆ ਦੈਨ ਆਪਾਂ ਨੂੰ ਦੁਬਾਰਾ ਉਹ ਵਿੱਚ ਪਾਉਣਾ ਪੈਂਦਾ ਉਹਨੂੰ? ਹਾਂ, ਪਰ ਇਹ ਹੈ ਕਿ ਤੁਹਾਨੂੰ 15 ਸਾਲ ਮਿਲਦੇ ਨੇ ਉਸੇ ਕੰਟਰੀਬਿਊਸ਼ਨ ਵਾਪਸ ਪਾਉਣ ਲਈ। ਤੁਸੀਂ 50,000 ਦੀ RSP ਕਢਾਉਣੀ ਹੈ, 15 ਸਾਲ 'ਚ ਉਹ ਪੈਸਾ ਆਪਣੀ RSP 'ਚ ਵਾਪਸ ਪਾਉਣਾ ਹੈ। ਓਕੇ, ਦੈਟ ਟੂ ਜਸਟ ਟੂ ਸੇਵ ਟੈਕਸ, ਨਹੀਂ ਤਾਂ ਤੁਸੀਂ ਕਢਾਉਣ ਤੇ ਟੈਕਸ ਲੱਗ ਜਾਂਦਾ ਹੁੰਦਾ। ਗਵਰਨਮੈਂਟ ਕੀ ਕਹਿੰਦੀ ਹੈ ਵੀ ਫਸਟ ਟਾਈਮ ਹੋਮ ਬਾਇਰਸ ਨੂੰ ਤੁਸੀਂ ਹੋਮਲਾਈਨ ਪਲਾਨ ਦੇ ਅੰਡਰ RSP ਕਢਾ ਸਕਦੇ ਹੋ, ਦੈਨ ਯੂ ਹੈਵ 15 ਇਅਰਸ ਉਹਨੂੰ ਵਾਪਸ ਕਰਨ ਲਈ। ਉਹ ਛੋਟੀ ਅਮਾਉਂਟ ਤੁਸੀਂ ਵਾਪਸ ਕਰਦੇ ਰਹੋ, ਪੈਸਾ ਤੁਹਾਡਾ ਹੀ, ਉਹ ਫਿਰ RSP ਬਿਲਡਅਪ ਹੋ ਗਈ ਤੁਹਾਡੀ। ਹੁਣ ਦੁਬਾਰਾ ਇਹ ਨਹੀਂ ਹੈ ਕਿ ਉਹ ਪੈਸਾ ਕਿਤੇ ਚਲਾ ਗਿਆ, ਉਹ ਤੁਹਾਡੀ ਹੀ RSP ਹੈ, ਦੁਬਾਰਾ ਬਿਲਡਅਪ ਹੋ ਗਈ। ਬਟ ਕੀ ਹੈ ਕਿ ਪਹਿਲੇ ਕੁਝ ਸਾਲਾਂ 'ਚ ਕਿਉਂਕਿ ਤੁਸੀਂ RSP 'ਚ ਪਾ ਕੇ ਟੈਕਸ ਬਚਾ ਲਿਆ, ਉਹ ਤੁਹਾਡੇ ਕੋਲ ਐਡੀਸ਼ਨਲ ਮਨੀ ਹੋਗੀ ਘਰ ਖਰੀਦਣ ਲਈ। ਓਕੇ, ਤੇ ਉਹਦੇ ਵਿੱਚ ਜੇ RSP ਇੱਕ ਵਾਰੀ ਪਾਤੀ ਦੁਬਾਰਾ ਫਿਰ ਕਢਾ ਕੇ ਆਪਾਂ ਲੈ ਸਕਦੇ ਹਾਂ ਘਰ? ਪਹਿਲੀ ਵਾਰ ਤੁਸੀਂ ਇੱਕ ਵਾਰ ਹੋਮਲਾਈਨ ਪਲਾਨ ਲਈ ਕਢਾ ਸਕਦੇ ਹੋ, ਉਸ ਤੋਂ ਬਾਅਦ ਜੇ ਤੁਸੀਂ ਕਢਾਓਗੇ ਤਾਂ ਟੈਕਸ ਲੱਗੂਗਾ। ਲੇਕਿਨ ਫਸਟ ਟਾਈਮ ਹੋਮ ਬਾਇਰ ਨੂੰ ਗਵਰਨਮੈਂਟ ਇਹ ਫੈਸਿਲਿਟੀ ਦਿੰਦੀ ਹੈ ਕਿ ਤੁਸੀਂ ਵਿਦਆਊਟ ਪੇਇੰਗ ਟੈਕਸ ਉਹ ਪੈਸਾ ਕਢਾ ਕੇ ਆਪਣੇ ਘਰ ਦੀ ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਹੋ। ਓਕੇ, ਸੋ ਇਹ ਫਰਸਟ ਟਾਈਮ ਵਾਸਤੇ ਹੀ ਆ। ਸੋ ਜੀ ਨੌਲੇਜ ਦੇਵ ਕੌਰ ਜੀ ਦੇ ਰਹੇ ਨੇ ਜੀ, ਸਾਰੇ ਆਪਾਂ ਲਈਏ। ਤੇ ਜੇ ਕਿਸੇ ਨੂੰ ਵੀ ਆਮ ਕੋਈ ਸਵਾਲ ਹੈਗਾ ਤਾਂ ਕੁਐਸਚਨਸ ਪੁੱਛ ਸਕਦੇ ਆ ਜੀ ਨਾਲ, ਤਾਂ ਕਿ ਆਪਾਂ ਆਨਸਰ ਵੀ ਨਾਲ ਦੇ ਸਕੀਏ। ਤੇ ਜੀ ਸੈਕੰਡ ਕੁਐਸਚਨ ਯੂਜਲੀ ਲੋਕਾਂ ਦਾ ਹੁੰਦਾ ਜਦੋਂ ਮੌਰਗੇਜ ਕਰਾਉਣੀ ਹੁੰਦੀ ਆ ਵੀ ਭਾਜੀ A ਲੈਂਡਰ ਤੋਂ ਹੋਣੀ ਆ ਜਾਂ B ਲੈਂਡਰ ਤੋਂ ਹੋਣੀ ਆ ਜਾਂ C ਲੈਂਡਰ ਤੋਂ ਹੋਣੀ ਆ। ਸੋ A ਲੈਂਡਰ, B ਲੈਂਡਰ, C ਲੈਂਡਰ ਹੁੰਦਾ ਕੀ ਆ ਫਰਸਟ ਆਫ ਆਲ, ਐਂਡ ਸੈਕੰਡ ਥਿੰਗ ਕਿੰਨਾ ਕੁ ਮੌਰਗੇਜ ਜਾਂ ਇੰਟਰਸਟ ਰੇਟ ਦਾ ਕਿੰਨਾ ਕੁ ਫਰਕ ਪੈਂਦਾ ਵਾ? ਹਾਂਜੀ, ਬਹੁਤ ਵਧੀਆ ਕੁਐਸਚਨ ਹੈ ਜੀ। ਦੇਖੋ, A ਲੈਂਡਰ ਉਹ ਹੁੰਦੇ ਨੇ ਜਿਵੇਂ ਬੈਂਕਿੰਗ ਆਰਗੇਨਾਈਜੇਸ਼ਨਸ ਹੈਗੀ, ਵੱਡੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈ ਜਿਹੜੀ ਬੇਸਿਕਲੀ ਗਵਰਨਮੈਂਟ ਦੀ ਰੈਗੂਲੇਸ਼ਨਸ ਦੇ ਅੰਡਰ ਕੰਮ ਕਰਦੀਆਂ ਨੇ ਪੂਰੀ। ਤੇ A ਲੈਂਡਰ ਦੇ ਵਿੱਚ ਮੋਸਟਲੀ ਇੰਟਰਸਟ ਰੇਟ ਸਭ ਤੋਂ ਘੱਟ ਹੁੰਦਾ ਹੈ, ਕਾਫੀ ਬੈਨੀਫੀਸ਼ੀਅਲ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਸਿਰਫ ਮੌਰਗੇਜ ਲੈਣ ਵੇਲੇ ਨਹੀਂ, ਉਸ ਤੋਂ ਬਾਅਦ ਦਾ ਜਿਹੜਾ ਸਰਵਿਸ ਐਕਸਪੀਰੀਅੰਸ ਹੈ ਉਹ ਵੀ ਬਹੁਤ ਬੈਟਰ ਹੁੰਦਾ ਹੈ। ਤੇ ਸਾਰੇ ਬੈਂਕਿੰਗ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਸਾਰੀਆਂ A ਲੈਂਡਰਸ ਦੇ ਅੰਡਰ ਆਉਂਦੀਆਂ ਨੇ। B ਲੈਂਡਰਸ ਕੀ ਹੁੰਦੀਆਂ ਨੇ? B ਲੈਂਡਰਸ ਆਰ ਦੀ ਆਰਗੇਨਾਈਜੇਸ਼ਨਸ ਜਿਹੜੀ ਥੋੜਾ ਜਿਹਾ ਜ਼ਿਆਦਾ ਹਾਈ ਰੇਟ ਆਫ ਇੰਟਰਸਟ ਲੈਂਦੀਆਂ ਨੇ, ਬਟ ਉਹਨਾਂ ਦਾ ਰਿਸਕ ਐਪੀਟਾਈਟ ਜ਼ਿਆਦਾ ਲੈ ਕੇ ਤੁਹਾਨੂੰ ਮੌਰਗੇਜ ਦੀ ਅਮਾਊਂਟ ਜ਼ਿਆਦਾ ਦੇ ਦਿੰਦੇ ਨੇ। ਜਿਵੇਂ A ਲੈਂਡਰਸ ਤੁਹਾਡੀ GDS 32% ਤੱਕ ਕਾਊਂਟ ਕਰਦੇ ਨੇ, B ਲੈਂਡਰਸ ਕਈ ਵਾਰ 50% ਤੱਕ ਚਲੇ ਜਾਂਦੇ ਨੇ। ਉਹਨਾਂ ਲਈ ਕਿ ਸੇਮ ਇਨਕਮ ਤੇ ਉਹਨਾਂ ਨੇ ਤੁਹਾਨੂੰ ਮੌਰਗੇਜ ਜ਼ਿਆਦਾ ਦੇ ਦੇਣੀ ਹੈ, ਬਟ ਔਨ ਦੀ ਅਦਰ ਸਾਈਡ ਕੀ ਹੁੰਦਾ, A ਲੈਂਡਰ ਤੁਹਾਡੇ ਤੋਂ ਇੰਟਰਸਟ ਥੋੜਾ ਜਿਹਾ ਲੈਂਦੇ ਆ, ਪਲੱਸ ਲੈਂਡਿੰਗ ਫੀਸ ਲੈਂਦੇ ਨੇ। ਬੈਂਕ, ਹਾਂਜੀ, B ਲੈਂਡਰ ਸੌਰੀ, A ਲੈਂਡਰ ਤੁਹਾਡੇ ਤੋਂ ਲੈਂਡਿੰਗ ਫੀਸ ਨਹੀਂ ਲੈਂਦਾ। A ਲੈਂਡਰ 'ਚ ਕੋਈ ਲੈਂਡਿੰਗ ਫੀਸ ਨਹੀਂ ਹੁੰਦੀ। ਤੁਸੀਂ ਤੁਹਾਡੀ ਜੋ ਇਨਕਮ ਦੀ ਐਲੀਜੀਬਿਲਿਟੀ ਹੈਗੀ ਐਜ਼ ਪਰ ਦਾ GDS TDS ਰੇਸ਼ੋ ਤੁਹਾਨੂੰ ਉਨੀ ਮੌਰਗੇਜ ਮਿਲਦੀ ਹੈ, ਬਟ ਦੇ ਹੈਵ ਦ ਬੈਸਟ ਇੰਟਰਸਟ ਰੇਟਸ ਆਲਸੋ ਐਂਡ ਬੈਸਟ ਸਰਵਿਸਿਜ਼ ਆਲਸੋ। B ਲੈਂਡਰ ਦੇ ਵਿੱਚ ਵੀ ਸਰਵਿਸਿਜ਼ ਚੰਗੀਆਂ ਨੇ। B ਲੈਂਡਰਸ ਕੀ ਹੁੰਦੇ ਨੇ, ਕਈ ਵਾਰ ਤੁਹਾਡੀ GDS TDS ਰੇਸ਼ੋ ਥੋੜੀ ਹਾਇਰ ਕੰਸੀਡਰ ਕਰ ਲੈਂਦੇ ਨੇ, ਉਹਦੇ ਕਰਕੇ ਤੁਹਾਨੂੰ ਪੈਸਾ ਜ਼ਿਆਦਾ ਮਿਲ ਜਾਂਦਾ ਹੈ, ਬਟ ਉਹਦੇ ਵੇ ਇਨ ਰਿਟਰਨ ਕੀ ਹੈ ਕਿ ਤੁਸੀਂ ਥੋੜਾ ਜਿਹਾ ਹਾਇਰ ਰੇਟ ਆਫ ਇੰਟਰਸਟ ਵੀ ਦਿੰਦੇ ਹੋ, ਪਲੱਸ ਉਹ 'ਚ ਕਈ ਵਾਰ ਥੋੜੀ ਜਿਹੀ ਹਾਇਰ ਲੈਂਡਿੰਗ ਫੀਸ ਵੀ ਹੁੰਦੀ ਹੈ। ਤੇ ਇਹ ਗਿਵ ਐਂਡ ਟੇਕ ਹੈ ਜੀ। ਵੀ ਜੇ ਤੁਸੀਂ
ਬੀ ਲੈਂਡਰ ਤੋਂ ਥੋੜਾ ਜਿਹਾ ਪੈਸਾ ਜ਼ਿਆਦਾ ਲੈ ਰਹੇ ਹੋ ਐਸ ਪਰ ਯੋਰ ਇਨਕਮ, ਤਾਂ ਤੁਸੀਂ ਥੋੜਾ ਇੰਟਰਸਟ ਤੇ ਉਹ ਵੀ ਜ਼ਿਆਦਾ ਪੇ ਕਰ ਰਹੇ ਹੋ। ਇਸ ਲਈ ਕੋਸ਼ਿਸ਼ ਆਪਾਂ ਹਮੇਸ਼ਾ ਕਰਦੇ ਹਾਂ ਜੀ ਏ ਲੈਂਡਰ ਕੋਲ ਜਾਈਏ। ਸੀ ਲੈਂਡਰ ਜਿਹੜੇ ਹੁੰਦੇ ਮੋਸਟਲੀ ਪ੍ਰਾਈਵੇਟ ਲੈਂਡਰਸ ਹੁੰਦੇ ਨੇ, ਜਿਹੜੇ ਕਿ ਕਾਫੀ ਥੋੜਾ ਜ਼ਿਆਦਾ ਹਾਈ ਰੇਟ ਆਫ ਇੰਟਰਸਟ ਤੇ ਆਉਂਦੇ ਨੇ, ਬਟ ਉਹ ਜ਼ਿਆਦਾ ਹਾਈ ਰਿਸਕ ਐਪੀਟਾਈਟ ਤੇ ਵੀ ਆਉਂਦੇ ਨੇ। ਜਿਵੇਂ ਕਈ ਵਾਰੀ ਕੀ ਹੁੰਦਾ ਹੈ, ਜੇ ਏ ਐਂਡ ਬੀ ਕੁਆਲੀਫਾਈ ਨਹੀਂ ਕਰਦਾ ਬੰਦਾ, ਫਿਰ ਅਸੀਂ ਸੀ ਲੈਂਡਰ ਕੋਲ ਜਾਂਦੇ ਹਾਂ, ਵਿਚ ਆਰ ਪ੍ਰਾਈਵੇਟ ਇੰਸਟੀਟਿਊਸ਼ਨਸ ਔਰ ਪ੍ਰਾਈਵੇਟ ਲੈਂਡਰਸ। ਉਹਨਾਂ ਕੋਲ ਰੇਟ ਆਫ ਇੰਟਰਸਟ ਕਾਫੀ ਹਾਈ ਹੁੰਦਾ ਹੈ, ਬਟ ਉਹ ਰਿਸਕ ਐਪੀਟਾਈਟ ਹੋਰ ਜ਼ਿਆਦਾ ਹਾਈ ਤੱਕ ਚਲੇ ਜਾਂਦੇ ਨੇ, ਡਿਪੈਂਡਿੰਗ ਅਪਨ ਕੇਸ ਟੂ ਕੇਸ। ਜਿੰਨਾ ਵੱਡਾ ਲੈਂਡਰ ਰਿਸਕ ਲੈ ਰਿਹਾ ਉਹਨਾਂ ਜ਼ਿਆਦਾ ਉਹ ਲੈਂਡਿੰਗ ਦੇ ਇੰਟਰਸਟ ਰੇਟ ਲਏਗਾ ਐਂਡ ਆਫ ਦ ਡੇ। ਬੈਂਕਾਂ ਦਾ ਮਿਨੀਮਮ ਰਿਸਕ ਤੇ ਮਿਨੀਮਮ ਲੈਂਡਿੰਗ ਐਂਡ ਮਿਨੀਮਮ ਇੰਟਰਸਟ ਰੇਟਸ ਹੁੰਦੇ ਨੇ। ਉਸ ਤੋਂ ਬਾਅਦ ਜਿੱਦਾਂ ਤੁਸੀਂ ਬੀ ਜਾਓਗੇ ਥੋੜਾ ਹੋਰ ਜ਼ਿਆਦਾ ਵਧੋਗੇ, ਸੀ 'ਚ ਹੋਰ ਜ਼ਿਆਦਾ ਵਧੋਗੇ, ਆ ਫਰਕ। ਓਕੇ, ਠੀਕ ਆ ਜੀ। ਬਾਕੀ ਵੀਰ ਜੀ ਅੱਜ ਦੇ ਨਾ ਜਿਹੜੇ ਕੁਐਸਚਨਸ ਆ ਰਹੇ ਨੇ ਉਹ ਇਹੀ ਆ, ਭਾਜੀ ਸਾਡੀ ਅਪਰੇਜ਼ਲ ਨਹੀਂ ਹੋ ਰਹੀ। ਠੀਕ ਆ ਜੀ, 6 ਲੱਖ ਦਾ ਘਰ ਲਿਆ ਸੀ, 5 ਲੱਖ ਦੀ ਅਪਰੇਜ਼ਲ ਆ ਰਹੀ ਆ, ਤੇ ਹੁਣ ਅਸੀਂ ਕੀ ਕਰੀਏ? ਉਹਦੇ ਵਿੱਚ ਫਿਰ ਕੀ ਕਰਨਾ ਚਾਹੀਦਾ? ਅੱਜ ਕੱਲ੍ਹ ਕਾਫੀ ਕਾਮਨ ਸਿਨੈਰੀਓ ਹੈਗਾ ਜੀ। ਦੇਖੋ, ਇਟ ਇਜ਼ ਵੈਰੀ ਅਨਫੋਰਚੂਨੇਟ ਕਿ ਇੱਦਾਂ ਹੋ ਰਿਹਾ ਲੋਕਾਂ ਦੇ ਨਾਲ। ਮੈਂ ਕਈ ਮੇਰੇ ਕਲਾਇੰਟਸ ਨੇ, ਉਹਨਾਂ ਨਾਲ ਵੀ ਇਹ ਚੀਜ਼ ਦੇਖੀ ਹੈਗੀ ਹੈ। ਉਹਦੇ ਵਿੱਚ ਅਸੀਂ ਇਹੀ ਕਰ ਸਕਦੇ ਹਾਂ, ਪਹਿਲੀ ਵਾਰ ਤਾਂ ਕੋਸ਼ਿਸ਼ ਇਹੀ ਕਰੀਏ ਵੀ ਜਿੰਨਾ ਐਡੀਸ਼ਨਲ ਅਮਾਊਂਟ ਪੈ ਰਿਹਾ, ਸਪੋਜ਼ ਕਿਸੇ ਦੇ 6 ਲੱਖ ਦਾ ਘਰ ਲਿੱਤਾ ਸੀ, ਹੁਣ ਉਹਨਾਂ ਦੀ ਅਪਰੇਜ਼ਲ 5 ਲੱਖ ਦੀ ਆਈ ਹੈ, ਤਾਂ ਬੈਂਕ ਨੇ ਤਾਂ 5 ਲੱਖ ਦੇ ਹਿਸਾਬ ਨਾਲ ਹੀ ਦੇਣੀ ਹੈ ਮੌਰਗੇਜ, ਤਾਂ ਬਾਕੀ 1 ਲੱਖ ਸਾਨੂੰ ਆਪ ਹੀ ਇਕੱਠਾ ਕਰਨਾ ਪੈਂਦਾ ਹੈ। ਬਟ ਇਹ ਹੁੰਦਾ ਕਿ ਹੁਣ ਜੇ ਅਨਫੋਰਚੂਨੇਟ ਸਿਨੈਰੀਓ ਹੋ ਜਾਏ, ਫਿਰ ਅਸੀਂ ਉਹਨਾਂ ਨੂੰ ਪ੍ਰਾਈਵੇਟ ਲੈਂਡਿੰਗ ਜਾਂ ਸੀ ਲੈਂਡਿੰਗ ਤੋਂ ਉਹਨਾਂ ਕੁ ਪੈਸਾ ਮੈਨੇਜ ਕਰਕੇ ਦੇ ਦਿੰਦੇ ਹਾਂ। ਓਕੇ, ਪਰ ਉਹਦੇ ਵਿੱਚ ਹਾਈ ਇੰਟਰਸਟ ਲੈਂਦਾ। ਉਹ ਬਸ ਉਹੀ ਹੈ ਕਿ ਜਿਹੜਾ ਫਿਰ ਉਹ ਜਿਹੜਾ ਐਕਸਟਰਾ ਪੈਸਾ ਤੁਸੀਂ ਲੈ ਰਹੇ ਹੋ, ਉਹ 'ਤੇ ਤੁਹਾਨੂੰ ਥੋੜਾ ਫਿਰ ਇੰਟਰਸਟ ਤੇ ਥੋੜਾ ਦੇਣਾ ਪੈਂਦਾ। ਹਾਂਜੀ, ਓਕੇ। ਤੇ ਜਸਟ ਐਜ਼ ਅ ਫਾਈਨੈਂਸ਼ੀਅਲ ਲਿਟਰੇਸੀ ਦੇ ਵਿੱਚ ਆਪਾਂ ਇਹਨੂੰ ਕਾਊਂਟ ਕਰੀਏ, ਤੇ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਵੀ ਆਪਾਂ ਲਾਇਬਿਲਿਟੀਜ਼ ਕੀ ਹੁੰਦੀਆਂ। ਫਰਸਟ ਆਫ ਆਲ, ਬੈਂਕਸ ਅਸਲ ਦੇ ਵਿੱਚ ਬੈਂਕ ਪ੍ਰੋਫਾਈਲ ਆਪਣੀ ਕਿੱਦਾਂ ਦੇਖਦਾ? ਆਪਾਂ ਤਾਂ ਇਹ ਦੇਖਦੇ ਹਾਂ ਵੀ ਇੰਨਾ ਕਮਾਉਂਦੇ ਆ, ਇੱਦਾਂ ਹੈਗਾ ਸਾਰਾ ਕੁਝ ਨਾ। ਬੈਂਕ ਆਪਣੀ ਪ੍ਰੋਫਾਈਲ ਕਿੱਦਾਂ ਦੇਖਦਾ? ਐਸੈਟ ਲਾਇਬਿਲਿਟੀਜ਼ ਕੀ ਹੁੰਦੀਆਂ ਨੇ, ਤੇ ਉਹਦੇ ਵਿੱਚ ਬੈਂਕ ਕਿੱਦਾਂ ਕਾਊਂਟ ਕਰਦਾ ਵੀ ਆਹ ਬੰਦੇ ਦੀ ਇੰਨੀ ਲਾਇਬਿਲਿਟੀ ਹੈਗੀ ਆ? ਅੱਛਾ, ਬਹੁਤ ਵਧੀਆ ਕੁਐਸਚਨ ਹੈ ਜੀ। ਬੈਂਕ ਦੇ ਹਿਸਾਬ ਨਾਲ ਸਿੱਧੀ ਜੀ ਗੱਲ ਹੈ, ਤੁਹਾਡੇ ਐਸੈਟਸ ਕੀ ਨੇ ਜਿਹਨੂੰ ਤੁਸੀਂ ਲਿਕੁਇਡੇਟ ਕਰਕੇ ਕੱਲ ਨੂੰ ਪੈਸਾ ਜਨਰੇਟ ਕਰ ਸਕਦੇ ਹੋ। ਲਿਕੁਇਡੇਟ ਮਤਲਬ ਸਪੋਜ਼ ਤੁਹਾਡਾ ਘਰ ਹੈ, ਉਹਨੂੰ ਵੇਚ ਕੇ ਤੁਸੀਂ ਪੈਸਾ ਲੈ ਸਕਦੇ ਹੋ। ਸੋ ਲਾਈਕ ਤੁਹਾਡਾ ਐਸੈਟ ਕੀ ਹੁੰਦਾ? ਗੱਡੀ ਤੁਹਾਡੇ ਕੋਲ, ਤੁਸੀਂ ਵੇਚ ਕੇ ਉਹਨੂੰ ਪੈਸਾ ਲੈ ਸਕਦੇ ਹੋ। ਤੁਸੀਂ RSP ਸ਼ੇਅਰ ਮਿਊਚੁਅਲ ਫੰਡ ਖਰੀਦੇ ਨੇ, ਉਹਨਾਂ ਨੂੰ ਵੇਚ ਕੇ ਪੈਸਾ ਲੈ ਕੇ ਆ ਸਕਦੇ ਹੋ। ਜਿਹੜੀ ਚੀਜ਼ ਤੁਹਾਡੇ ਕੋਲ ਤੁਸੀਂ ਉਹਨੂੰ ਵੇਚ ਕੇ ਉਹਦੇ ਅਗੇਂਸਟ ਪੈਸਾ ਤੁਹਾਡੇ ਕੋਲ ਆਏਗਾ, ਉਹ ਤੁਹਾਡਾ ਐਸੈਟ ਹੈ। ਲਾਇਬਿਲਿਟੀ ਉਹ ਹੈ ਜਿਸ ਤੁਸੀਂ ਪੈਸਾ ਦੇਣਾ। ਲਾਈਕ ਜਦ ਬੈਂਕ ਨੇ ਦੇਖਣਾ ਤੁਹਾਡੇ ਐਸੈਟਸ ਕੀ ਨੇ, ਉਹਨੇ ਦੇਖਣਾ ਤੁਹਾਡੇ ਬੈਂਕ 'ਚ ਕਿੰਨਾ ਪੈਸਾ ਡਿਪੋਜ਼ਿਟ ਪਿਆ ਕੈਸ਼, ਤੁਹਾਡੀ ਇਨਵੈਸਟਮੈਂਟਸ ਕੀ ਨੇ, ਮੇਬੀ ਮਿਊਚੁਅਲ ਫੰਡਸ, GICs, ਸਟਾਕਸ, ਵਾਟਐਵਰ ਇਜ਼ ਯੋਰ ਇਨਵੈਸਟਮੈਂਟ। ਠੀਕ ਹੈ, ਤੁਹਾਡੇ ਕੋਲ ਘਰ, ਗੋਲਡ ਸਮ ਬੈਂਕਿੰਗ ਇੰਸਟੀਟਿਊਸ਼ਨਸ ਵਿਲ ਕੰਸੀਡਰ, ਸਮ ਵਿਲ ਨਾਟ ਕੰਸੀਡਰ। ਉਹ ਅੱਛਾ, ਉਹ ਐਸੈਟ ਕੰਸੀਡਰ ਹਰ ਜਗ੍ਹਾ ਗੋਲਡ ਇਜ਼ ਨਾਟ ਐਨ ਐਸੈਟ, ਬਿਕੋਜ਼ ਉਹ ਡਿਪੈਂਡੈਂਟ ਲਿਕੁਇਡੇਬਲ ਐਸੈਟ, ਉਹਦੀ ਫਿਰ ਸਰਟੀਫਿਕੇਸ਼ਨ ਚਾਹੀਦੀ ਹੈ, ਉਹ ਸਾਰਾ ਕੁਝ ਨਾ। ਵੀ ਗੋਲਡ ਦਾ ਵੀ ਤਾਂ ਹੁੰਦਾ ਨਾ ਵੀ ਕਿੰਨੇ ਕੈਰੇਟ ਦਾ, ਕਿੰਨਾ ਐਂਡ ਆਲ ਦੈਟ ਸਟਫ, ਉਹ 'ਚ ਵੇਰੀਏਬਲਸ ਕਾਫੀ ਆ ਜਾਂਦੇ ਨੇ। ਤੇ ਇਹ ਸਾਰੀ ਐਸੈਟ ਲਿਸਟਸ ਆ ਗਈਆਂ। ਲਾਇਬਿਲਿਟੀਜ਼ ਹੋ ਗਿਆ, ਤੁਹਾਡੇ ਕੋਲ ਕ੍ਰੈਡਿਟ ਕਾਰਡ ਤੇ ਕਿੰਨਾ ਡੈਟ ਖੜਾ ਹੈ, ਲਾਈਨ ਆਫ ਕ੍ਰੈਡਿਟ ਕਿਹੜੀ ਹੈਗੀ ਹੈ, ਕਿੰਨੇ ਤੁਸੀਂ ਲੋਨਸ ਪੇ ਕਰਨੇ ਨੇ। ਕਈ ਵਾਰ ਗੱਡੀ ਦਾ ਲੋਨ ਹੈਗਾ, ਦੈਟਸ ਅ ਲਾਇਬਿਲਿਟੀ ਔਨ ਯੂ। ਠੀਕ ਹੈ ਨਾ, ਗੱਡੀ ਪੇਡ ਆਫ ਹੈਗੀ, ਇਟਸ ਐਨ ਐਸੈਟ ਫॉर ਯੂ। ਗੱਡੀ ਤੇ ਲੋਨ ਖੜਾ ਹੈ, ਉਹ ਲਾਇਬਿਲਿਟੀ ਹੈਗੀ ਤੁਹਾਡੇ ਤੇ। ਹੋਰ ਤੁਸੀਂ ਮੌਰਗੇਜ ਲਿੱਤੀ ਹੋਈ ਹੈ, ਉਹ ਵੀ ਲਾਇਬਿਲਿਟੀ ਹੈ। ਕਈ ਵਾਰੀ ਬੰਦੇ ਦੂਜਾ ਘਰ ਖਰੀਦ ਰਹੇ ਨੇ ਤੇ ਪਹਿਲੇ ਘਰ ਦੀ ਜਿੰਨੀ ਮੌਰਗੇਜ ਉਹ ਲਾਇਬਿਲਿਟੀ ਹੈ। ਤੇ ਇਸ ਲਈ ਬੈਂਕ ਸਾਰਾ ਕੁਝ ਦੇਖੇਗਾ ਕਿ ਇਹਨਾਂ ਕੋਲ ਐਸੈਟਸ ਕਿੰਨੀ ਹੈ, ਇਨਕਮ ਕਿੰਨੀ ਹੈ, ਤੇ ਲਾਇਬਿਲਿਟੀਜ਼ ਕਿੰਨੀਆਂ ਨੇ। ਤੇ ਦੈਟ ਇਹ ਉਸ ਤਰੀਕੇ ਨਾਲ। ਸੋ ਤੁਸੀਂ ਸੁਜੈਸਟ ਕਰਦੇ ਹੋ ਲੋਕਾਂ ਨੂੰ ਵੀ ਇਨਕਮ ਸਟੇਟਮੈਂਟਸ ਹੋ ਗਈਆਂ, ਬੈਲੈਂਸ ਸ਼ੀਟਸ ਹੋ ਗਈਆਂ, ਐਸੈਟ ਲਾਇਬਿਲਿਟੀਜ਼ ਕੀ ਹੋਣਗੀਆਂ, ਇਹਨਾਂ ਬਾਰੇ ਇਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ। ਐਗਜ਼ੈਕਟਲੀ, ਤਾਂ ਹੀ ਇਹ ਰੀਜ਼ਨ ਹੈ ਕਿ ਹਰ ਇੱਕ ਕਾਮਨ ਮੈਨ ਨੂੰ ਉਨੀ ਚੀਜ਼ ਦੀ ਨੌਲੇਜ ਨਹੀਂ ਹੋ ਸਕਦੀ। ਹਰ ਇੱਕ ਪ੍ਰੋਫੈਸ਼ਨਲ ਆਪਣੇ ਫੀਲਡ ਦੇ ਬਾਰੇ ਪਤਾ ਹੁੰਦਾ ਹੈ। ਤੇ ਹੁਣ ਜਿਵੇਂ ਡਾਕਟਰ ਹੈ, ਉਹਨੂੰ ਅਸੀਂ ਜਿੰਨਾ ਮਰਜ਼ੀ ਕਰ ਲਈਏ, ਅਸੀਂ ਡਾਕਟਰ ਦੇ ਬਰਾਬਰ ਦੀ ਮੈਡੀਕਲ ਨੌਲੇਜ ਨਹੀਂ ਲੈ ਸਕਦੇ। ਠੀਕ ਹੈ ਨਾ, ਇਸ ਲਈ ਮੈਂ ਇਹੀ ਸੁਜੈਸਟ ਕਰਦਾ ਹਾਂ ਵੀ ਜਦ ਵੀ ਤੁਸੀਂ ਕੋਈ ਕੰਮ ਕਰਨਾ, ਉਸ ਪਰਟੀਕੂਲਰ ਫੀਲਡ ਦੇ ਪ੍ਰੋਫੈਸ਼ਨਲ ਦੇ ਨਾਲ ਡੀਲ ਕਰੋ, ਤਾਂ ਕਿ ਤੁਹਾਨੂੰ ਐਗਜ਼ੈਕਟ ਤੇ ਬੈਸਟ ਨੌਲੇਜ ਮਿਲ ਸਕੇ। ਹੁਣ ਜਿੰਨੀ ਨੌਲੇਜ ਇੱਕ ਰੀਅਲਟਰ ਨੂੰ ਰੀਅਲ ਐਸਟੇਟ ਦੀ ਹੋ ਸਕਦੀ ਹੈ, ਉਹ ਇੱਕ ਕਾਮਨ ਮੈਨ ਨੂੰ ਨਹੀਂ ਹੋ ਸਕਦੀ। ਕਿਉਂਕਿ ਰੀਅਲਟਰ ਸਾਰਾ ਦਿਨ ਉਸ ਫੀਲਡ 'ਚ ਕੰਮ ਕਰ ਰਿਹਾ ਹੈ, ਆਪਣੇ ਆਪ ਨੂੰ ਅਪਡੇਟਡ ਰੱਖਦਾ ਹੈ ਵਿਦ ਦ ਲੇਟੈਸਟ ਨਿਊਜ਼, ਤਾਂ ਉਹਨੂੰ ਉਨੀ ਨੌਲੇਜ ਹੈਗੀ। ਅਸੀਂ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਹੈਗੇ ਹਾਂ, ਅਸੀਂ ਜਿਹੜੀ ਵੀ ਲੇਟੈਸਟ ਅਪਡੇਟਸ ਹੈਗੀ ਆਪਣੇ ਆਪ ਨੂੰ ਅਪਡੇਟਡ ਰੱਖਦੇ ਹਾਂ, ਕਿਉਂਕਿ ਸਾਡਾ ਉਹ ਰੋਜ਼ ਦਾ ਕੰਮ ਹੈ। ਇੱਦਾਂ ਹੀ ਜਿਹੜਾ ਵੀ ਪ੍ਰੋਫੈਸ਼ਨਲ ਜਿਸ ਫੀਲਡ ਦਾ ਹੈਗਾ, ਉਹ ਆਪਣੇ ਆਪ ਨੂੰ ਲੇਟੈਸਟ ਇਨਫੋਰਮੇਸ਼ਨ ਨਾਲ ਅਪਡੇਟਡ ਰੱਖਦਾ ਹੈਗਾ, ਤੇ ਉਹਨੂੰ ਸਾਡੇ ਤੋਂ ਜ਼ਿਆਦਾ ਨੌਲੇਜ ਆਪਣੀ ਫੀਲਡ ਦੀ ਫੋਕਸ ਹੋਏਗੀ। ਤੇ ਇਸ ਲਈ ਮੈਂ ਇਹ ਸੁਜੈਸਟ ਕਰਦਾ ਵੀ ਜਦ ਵੀ ਤੁਸੀਂ ਕੋਈ ਕੰਮ ਕਰਨਾ, ਉਸ ਫੀਲਡ ਦੇ ਪ੍ਰੋਫੈਸ਼ਨਲ ਤੋਂ ਗਾਈਡੈਂਸ ਲੈ ਕੇ ਤੁਸੀਂ ਕਰੋ। ਓਕੇ। ਤੇ ਇੱਕ ਜਸਟ ਆਊਟ ਆਫ ਮਾਈਂਡ ਮੇਰੇ ਆਇਆ ਇਹ ਦਿਮਾਗ ਦੇ ਵਿੱਚ ਕੁਐਸਚਨ ਹੈਗਾ ਵੀ ਗੋਲਡ ਦੇ ਅਗੇਂਸਟ ਲੋਨ ਮਿਲ ਜਾਂਦਾ?
ਗੋਲਡ ਦੇ ਅਗੇਂਸਟ ਹੀ ਕਈ ਜਗ੍ਹਾ ਲੋਨ ਮਿਲ ਜਾਂਦਾ, ਯੈਸ। ਸੋ ਜੇ ਬੰਦੇ ਕੋਲ ਸਪੋਜ਼ ਅੱਧਾ ਕਿਲੋ ਜਾਂ ਕਿਲੋ ਸੋਨਾ ਹੈਗਾ ਵਾ, ਉਹ ਜਾਂਦਾ ਬੈਂਕ ਦੇ ਕੋਲ ਰੱਖਤਾ। ਉਹ ਡਿਪੈਂਡ ਕਰਦਾ ਹੈ, ਕਈ ਵਾਰ ਕਈ ਲੈਂਡਿੰਗ ਇੰਸਟੀਟਿਊਸ਼ਨਸ ਹੈਗੀਆਂ ਜਿਹੜੀ ਗੋਲਡ ਦੇ ਅਗੇਂਸਟ ਲੋਨ ਦਿੰਦੇ ਆ, ਕਈ ਨਹੀਂ ਦਿੰਦੇ। ਇਹ ਹਰ ਇੱਕ ਬੈਂਕ ਦੀ ਪਾਲਿਸੀ ਨਹੀਂ ਹੈਗੀ ਕਿ ਉਹ ਦੇਣਗੇ ਹੀ ਦੇਣਗੇ। ਵੀ ਹੈਵ ਟੂ ਚੈੱਕ ਔਨ ਕੇਸ ਬਾਈ ਕੇਸ ਬੇਸਿਸ ਕਿਹੜਾ ਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਗੋਲਡ ਦੇ ਵਿੱਚ ਕਈ ਵੈਰਾਈਟੀ। ਹੁਣ ਅਸੀਂ ਇੰਡੀਆ ਤੋਂ ਗੋਲਡ ਲੈ ਕੇ ਆਉਂਦੇ ਹਾਂ, ਉਹ ਕਈ ਜਗ੍ਹਾ ਦਾ ਉਹਦਾ ਸਟੈਂਡਰਡ ਗੋਲਡ ਦਾ ਕੀ ਮਿਕਸ ਹੈਗਾ, ਉਹ ਸਾਰਾ ਚੀਜ਼ਾਂ ਸਰਟੀਫਾਈ ਕਰਾਉਣੀਆਂ ਪੈਂਦੀਆਂ ਨੇ। ਤੇ ਕਈ ਜੁਐਲਰੀ ਕੰਪਨੀਆਂ ਹੈਗੀਆਂ ਨੇ, ਉਹ ਉਹਦੇ ਅਗੇਂਸਟ ਲੋਨ ਦਿੰਦੀਆਂ ਨੇ, ਕਈ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਲੋਨ ਦਿੰਦੇ ਨੇ, ਕੁਝ ਨਹੀਂ ਵੀ ਦਿੰਦੀਆਂ। ਗੋਲਡ ਇਜ਼ ਅ ਵੈਰੀ ਸਪੈਸੀਫਿਕ ਕੇਸ ਟੂ ਕੇਸ ਕਾਈਂਡ ਆਫ ਅ ਸਿਨੈਰੀਓ। ਓਕੇ, ਬਟ ਇਦਾਂ ਹੋ ਸਕਦਾ ਵਾ ਬਈ ਜੇ ਬੰਦੇ ਕੋਲ ਸਪੋਜ਼ ਕਿਲੋ ਗੋਲਡ ਹੈਗਾ, ਉਹਨੇ ਘਰ ਬਾਏ ਕਰਨਾ ਵਾ, ਉਹਨੇ ਬੈਂਕ ਕੋਲ ਜਿਹੜੀ ਵੀ ਲਾਈਕ ਉਹਦੇ ਕੋਲ ਸਾਰੇ ਸਰਟੀਫਿਕੇਟਸ ਹੈਗੇ ਆ, ਉਹ ਬੈਂਕ ਕੋਲ ਗਿਆ ਵੀ ਆ ਮੇਰੇ ਸਰਟੀਫਿਕੇਸ਼ਨਸ ਹੈਗੀਆਂ, ਮੈਂ ਗੋਲਡ ਐਜ਼ ਅ ਕੋਲੈਟਰਲ ਮੀਨਸ ਐਜ਼ ਅ ਮੈਂ ਰੱਖ ਲੈਂਦਾ ਵਾ, ਹਨਾ। ਕੋਲੈਟਰਲਸ ਦਾ ਵੀ ਮੈਂ ਦੱਸਦਾ ਜੀ, ਕੋਲੈਟਰਲ ਹੁੰਦਾ ਵਾ ਜਿਹਦੀ ਚੀਜ਼ ਗਿਰਵੀ ਰੱਖਣਾ, ਜਿਹਨੂੰ ਵਿਆਜੂ ਕਹਿ ਦਿੰਦੇ ਵੀ ਵਿਆਜ ਤੇ ਪੈਸੇ ਲੈਣੇ ਕੁਛ ਰੱਖ ਕੇ, ਹਨਾ। ਸੋ ਉਹ ਕੋਲੈਟਰਲ ਕਰਕੇ ਤੇ ਉਹਦੇ ਅਗੇਂਸਟ ਡਾਊਨ ਪੇਮੈਂਟ ਲੈ ਕੇ ਘਰ ਬਾਏ ਹੋ ਗਿਆ, ਤੇ ਉਹ ਐਜ਼ ਅ ਕੋਲੈਟਰਲ ਪਿਆ, ਬਾਅਦ ਦੇ ਵਿੱਚ ਪੈਸੇ ਦੇ ਕੇ ਆਪਾਂ ਗੋਲਡ ਵਾਪਸ ਲੈ ਸਕਦੇ। ਬਿਲਕੁਲ ਬਿਲਕੁਲ ਇਦਾਂ ਹੋ ਸਕਦਾ ਵਾ। ਕਈ ਪ੍ਰਾਈਵੇਟ ਲੈਂਡਿੰਗ ਇੰਸਟੀਟਿਊਸ਼ਨਸ ਹੈਗੀਆਂ, ਉਹ ਕਰਦੀਆਂ ਨੇ। ਓਕੇ, ਠੀਕ ਆ। ਸੋ ਆ ਗੁੱਡ ਆਈਡੀਆ ਜੀ, ਜੇ ਕਿਸੇ ਕੋਲ ਗੋਲਡ ਹੈਗਾ ਤੇ ਘਰ ਬਾਏ ਕਰਨਾ ਵਾ ਤੇ ਬਾਅਦ ਚ ਗੋਲਡ ਵੀ ਤੁਹਾਨੂੰ ਵਾਪਸ ਮਿਲ ਸਕਦਾ ਵਾ, ਹਨਾ। ਓਕੇ ਜੀ, ਦੂਜਾ ਹੈਗਾ ਜੀ ਆਪਣਾ ਇੱਕ ਮੈਨੂੰ ਸਿਨੈਰੀਓ ਆਇਆ ਸੀ, ਉਹਦੇ ਵਿੱਚ ਸੀਗਾ ਵੀ ਬੰਦਿਆਂ ਦੀ ਸਾਰੀ ਮੌਰਗੇਜ ਡਨ ਹੋ ਚੁੱਕੀ ਆ। ਮੌਰਗੇਜ ਦੀ ਕਲੋਜ਼ਿੰਗ ਤੋਂ ਪਹਿਲਾਂ ਉਹ ਗਏ ਜਾ ਕੇ ਫਰਨੀਚਰ ਬਾਏ ਕੀਤਾ ਘਰ ਵਾਸਤੇ, ਤੇ ਉਹ ਤੋਂ ਬਾਅਦ ਬੈਂਕ ਨੇ ਹੱਥ ਖੜੇ ਕਰਤੇ। ਹਾਂ, ਇਹ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ। ਐਜ਼ ਯੂਜੂਅਲ ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀਗਾ ਕਿ ਜਦ ਤੁਸੀਂ ਘਰ ਦੇ ਬਾਇੰਗ ਪ੍ਰੋਸੈਸ ਦੇ ਵਿੱਚੋਂ ਤਾਂ ਮੇਕ ਸ਼ੋਰ ਕਿ ਜਿਹੜਾ ਤੁਸੀਂ ਕੋਈ ਵੀ ਹੈਵੀ ਐਕਸਪੈਂਸ ਕਰ ਰਹੇ ਹੋ ਆਪਣੇ ਪ੍ਰੋਫੈਸ਼ਨਲ ਨਾਲ ਕੰਸਲਟ ਕਰਕੇ ਕਰੋ। ਜਿਵੇਂ ਫੋਰ ਐਗਜ਼ਾਮਪਲ ਹੁਣ ਤੁਹਾਡੇ ਘਰ ਦੀ ਕਲੋਜ਼ਿੰਗ ਹੈਗੀ ਹੈ, ਤੁਹਾਨੂੰ $5 ਲੱਖ ਦੀ ਮੌਰਗੇਜ ਚਾਹੀਦੀ ਹੈ, ਠੀਕ ਹੈ, ਤੇ ਤੁਹਾਡੀ ਐਲੀਜੀਬਿਲਿਟੀ ਐਕਚੁਅਲੀ 5 ਦੀ ਹੋਈ ਬਣਦੀ ਹੈ, ਪਰ ਤੁਸੀਂ ਜਾ ਕੇ $1 ਲੱਖ ਦਾ ਫਰਨੀਚਰ ਖਰੀਦ ਕੇ ਲਾਇਬਿਲਿਟੀ ਪਹਿਲਾਂ ਹੀ ਆਪਣੇ ਸਿਰ ਪਾ ਲਈ। ਹੁਣ ਉਹ ਮੌਰਗੇਜ ਵਾਸਤੇ ਜਦ ਬੈਂਕ ਨੇ ਦੇਖਣਾ ਹੈ, ਹੁਣ ਤੇ ਕਹਿਣਾ ਕਿ ਜਿੰਨੀ ਹੈ ਇਹਨਾਂ ਕੋਲ ਪੇਇੰਗ ਕੈਪੈਸਿਟੀ ਹੈਗੀ ਐਸ ਪਰ ਦਾ GDS ਰੇਸ਼ੋ ਤੇ TDS ਰੇਸ਼ੋ, ਉਸ ਤੋਂ ਪਹਿਲਾਂ ਤਾਂ ਉਨੀ ਲਾਇਬਿਲਿਟੀ ਤਾਂ ਪਹਿਲਾਂ ਹੀ ਇਹਨਾਂ ਨੇ ਲੈ ਲਈ, ਉਹਨੇ ਤਾਂ ਉਹਨਾਂ ਘਟਾ ਦੇਣਾ, ਤੁਹਾਡੀ ਰੇਸ਼ੋ ਘਟ ਜਾਣੀ ਹੈ। ਇਸ ਲਈ ਤਾਂ ਹੀ ਮੈਂ ਚੀਜ਼ਾਂ ਕਹਿ ਰਿਹਾ ਨਾ, ਜਿਵੇਂ ਗੱਡੀ ਹੈ ਜਾਂ ਕਈ ਵੱਡੇ ਐਕਸਪੈਂਸਿਸ ਨੇ, ਉਹਨਾਂ ਨੂੰ ਤੁਸੀਂ ਕੰਸਲਟ ਕਰਕੇ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਮੌਰਗੇਜ ਸਪੈਸ਼ਲਿਸਟ ਦੱਸ ਸਕਣ ਕਿ ਹਾਂਜੀ ਕੋਈ ਨਹੀਂ ਇੰਨੇ ਐਕਸਪੈਂਸ ਦੀ ਲਾਇਬਿਲਿਟੀ ਤੁਸੀਂ ਲੈ ਸਕਦੇ ਹੋ ਕਿਉਂਕਿ ਤੁਹਾਡੀ TDS ਰੇਸ਼ੋ ਨਾ ਅਲਾਓ ਕਰਦੀ, ਕੋਈ ਗੱਲ ਨਹੀਂ, ਕਰ ਲਓ। ਬਟ ਜੇ ਤੁਸੀਂ ਬਿਲਕੁਲ ਹੀ ਬਾਰਡਰ ਲਾਈਨ ਤੇ ਹੋ ਤਾਂ ਅਗਲੇ ਤੁਹਾਨੂੰ ਦੱਸ ਸਕਦੇ ਨੇ। ਜਿਵੇਂ ਮੈਂ ਆਪਣਾ ਕੇਸ ਦੱਸਦਾ, ਜਦ ਮੈਂ ਘਰ ਲਿੱਤਾ ਸੀਗਾ, ਮੇਰੀ ਇਨਕਮ ਦੇ ਹਿਸਾਬ ਨਾਲ ਮੈਂ ਬਿਲਕੁਲ ਪੂਰਾ ਪਾ ਰਿਹਾ ਸੀਗਾ। ਮੈਂ ਪਹਿਲਾਂ ਆਪਣੀ ਕਲੋਜ਼ਿੰਗ ਕਰਾਈ, ਫਿਰ ਬਾਕੀ ਡੈਟਸ ਲਿੱਤੇ। ਮੈਂ ਪਹਿਲਾਂ ਨਹੀਂ ਲਿੱਤੇ ਕਿਉਂਕਿ ਮੈਂ ਆਪਣੀ ਮੌਰਗੇਜ ਰਿਸਕ ਨਹੀਂ ਪਾਉਣਾ ਚਾਹੁੰਦਾ ਸੀ। ਬਸ ਉਹ ਵਾਲੀ ਗੱਲ ਹੈ। ਸੋ ਬੇਸਿਕਲੀ ਜਦੋਂ ਕਿਸੇ ਨੇ ਮੌਰਗੇਜ ਲੈਣੀ ਆ, ਚਾਹੇ ਰਿਸਕ ਤੇ ਹੋਵੇ ਚਾਹੇ ਨਾ ਹੋਵੇ, ਪਹਿਲਾਂ ਮੌਰਗੇਜ ਡਨ ਕਰਾਓ, ਫਿਰ ਚਾਹੇ ਕੈਟਲੈਕ ਦਾ ਪਿੱਖਾ ਚੱਕ ਲਿਓ, ਬਾਅਦ ਚ ਚੱਕੋ। ਹਾਂ, ਸਹੀ ਗੱਲ ਹੈ ਨਾ। ਤੇ ਹੁਣ ਵੀਰ ਜੀ ਇਹ ਦੱਸੋ, ਕਿਉਂਕਿ ਯੂਜੂਅਲੀ ਇਹ ਮਾਰਕੀਟ 'ਚ ਜੀ ਦੱਸੀ ਜਾਂਦੀ ਆ ਵੀ 20% ਦੀ ਕਲੋਜ਼ਿੰਗ ਹੋਣੀ ਆ ਜੀ, ਅਸਲ 'ਚ 20% ਤੇ ਹੋਣੀ ਹੈ ਜਾਂ 20% ਤੋਂ ਘੱਟ ਤੇ ਵੀ ਹੁੰਦੀ ਹੈ? ਨਹੀਂ, ਬਿਲਕੁਲ ਹੁੰਦੀ ਹੈ ਜੀ। ਦੇਖੋ, ਤੁਹਾਡੀ ਜੇ ਇਨਕਮ ਤੁਹਾਨੂੰ ਸਪੋਰਟ ਕਰਦੀ ਹੈਗੀ ਹੈ, ਉਹ ਮੈਂ ਤੁਹਾਨੂੰ ਦੱਸਦਾ ਸੀ ਆਪਣਾ ਪ੍ਰੋਸੈਸ ਕੀ ਹੁੰਦਾ ਹੈ। 20% ਤੇ 20% ਤੇ ਘੱਟ ਫਰਕ ਕੀ ਹੈਗਾ। ਜਿਹੜੀ 20% ਵਾਲੀ ਮੌਰਗੇਜ ਹੈਗੀ, ਉਹਦੇ ਵਿੱਚ ਬੈਂਕ ਨੂੰ ਕਿਸੇ ਇੰਸ਼ੋਰੈਂਸ ਦੀ ਲੋੜ ਨਹੀਂ, ਕਿਉਂਕਿ ਤੁਸੀਂ 20% ਡਾਊਨ ਪਾ ਕੇ ਇਕੁਇਟੀ ਪਾਈ ਹੋਈ ਆਪਣੀ ਵੀ ਉਸ ਘਰ ਦੇ ਵਿੱਚ। ਬੈਂਕ ਤੁਹਾਨੂੰ 80% ਲੋਨ ਕਰ ਦਿੰਦਾ। ਬਟ ਜਦ ਤੁਸੀਂ 20% ਤੋਂ ਘੱਟ ਡਾਊਨ ਪਾਉਂਦੇ ਹੋ ਤਾਂ ਬੈਂਕ ਦਾ ਰਿਸਕ ਥੋੜਾ ਜਿਹਾ ਵੱਧ ਜਾਂਦਾ। ਉਹ ਕੀ ਕਰਦੇ ਨੇ, ਫਿਰ ਤੁਹਾਡੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹਨੂੰ CMHC ਜਿਹੜੀ ਗਵਰਨਮੈਂਟ ਦੀ ਇੰਸ਼ੋਰੈਂਸ ਐਂਟੀਟੀ, ਉਹਦੇ ਕੋਲੋਂ ਇੰਸ਼ੋਰ ਕਰਾਉਂਦੇ ਨੇ ਕਿ ਜੇ ਇਸ ਬੰਦੇ ਨੇ ਸਾਨੂੰ ਪੇ ਆਫ ਨਾ ਕੀਤਾ ਤੇ CMHC ਬੈਂਕ ਦਾ ਪੈਸਾ ਵਾਪਸ ਕਰੇਗੀ। ਪਰ ਉਹ ਹੁੰਦੀ ਗਵਰਨਮੈਂਟ ਦੀ ਇੰਸ਼ੋਰੈਂਸ। ਹਾਂ ਜੀ, ਓਕੇ। ਲੇਕਿਨ ਉਹਦਾ ਪ੍ਰੀਮੀਅਮ ਤੁਸੀਂ ਆਪ ਹੀ ਪੇ ਕਰਨਾ। ਓਕੇ। ਤੇ ਬੈਂਕ ਕੀ ਕਰਦਾ ਹੁੰਦਾ, CMHC ਦਾ ਜਿਹੜਾ ਪ੍ਰੀਮੀਅਮ ਹੁੰਦਾ ਉਹ ਤੁਹਾਡੀ ਮੌਰਗੇਜ ਐਡ ਕਰਕੇ ਮੌਰਗੇਜ ਦਿੰਦਾ। ਹੁਣ ਕਈ ਵਾਰ ਕੀ ਹੁੰਦਾ ਕਿ ਤੁਹਾਡੀ ਸਪੋਜ਼ ਤੁਹਾਡਾ ਘਰ ਹੈਗਾ, CMHC ਦੀ ਪੇਮੈਂਟ ਆ ਰਹੀ ਹੈ ਜੀ $15,000, ਤੁਹਾਡੇ ਜੇ ਤੁਸੀਂ ਡਾਊਨ ਪੇਮੈਂਟ ਚੋਂ $20-25,000 ਘੱਟ ਹੋ, ਉਸ ਚੱਕਰ ਤੁਸੀਂ 20% ਨਹੀਂ ਕੀਤਾ, ਪਰ ਤੁਸੀਂ ਟੈਕਨੀਕਲੀ ਸੋਚਿਆ ਮੈਂ 20,000 ਬੈਂਕ ਤੋਂ ਵੱਧ ਲੈ ਲਿਆ, ਪਰ ਉਸ 'ਚ 15,000 ਦਾ ਖਰਚਾ ਪਾਤਾ CMHC ਦਾ, ਤਾਂ ਤੁਸੀਂ ਤਾਂ ਟੈਕਨੀਕਲੀ 5,000 ਪਿੱਛੇ 15,000 ਦਾ ਐਕਸਟਰਾ ਲਾਸ ਕਰਾ ਲਿਆ। ਤੇ ਇਹ ਸਾਰੀਆਂ ਚੀਜ਼ਾਂ ਉਹੀ ਗੱਲ ਹੁੰਦੀ ਹੈ। ਫਿਰ ਐਂਡ ਆਫ ਦ ਡੇ ਤੁਹਾਨੂੰ ਮੌਰਗੇਜ ਸਪੈਸ਼ਲਿਸਟ ਤੁਹਾਡੇ ਕੇਸ 'ਤੇ ਦੱਸੂਗਾ ਵੀ ਜੇ ਤੁਸੀਂ ਸ਼ਾਰਟ ਪੈ ਰਹੇ ਹੋ ਤਾਂ ਬੈਟਰ ਆਪਣਾ ਡਾਊਨ ਪੇਮੈਂਟ ਅਰੇਂਜ ਕਰ ਲਓ ਜਾਂ CMHC ਜਾਣ ਦਾ ਫਾਇਦਾ ਹੈ ਜਾਂ ਨਹੀਂ ਹੈ। ਬਾਕੀ ਜੇ ਗੈਪ ਵੱਡਾ ਹੈਗਾ ਤੁਸੀਂ ਕਰਵਾ ਸਕਦੇ ਹੋ, ਈਵਨ 5% ਤੇ ਵੀ ਹੋ ਜਾਂਦੀ ਹੈ, 10% ਤੇ ਵੀ ਹੋ ਜਾਂਦੀ ਹੈ ਮੌਰਗੇਜ। ਸਿਰਫ ਫਰਕ ਇਹ ਹੋ ਜਾਏਗਾ ਕਿ ਉਹਦੇ ਵਿੱਚ ਤੁਹਾਡੀ ਇੰਸ਼ੋਰੈਂਸ ਇਨਵੋਲਵ ਹੁੰਦੀ ਹੈ।
ਤੇ ਸੋ ਜਿਹੜਾ ਪਹਿਲੇ $1 ਤੋਂ ਲੈ ਕੇ $5 ਲੱਖ ਤੱਕ ਜਿਹੜੀ ਮਾਰਗੇਜ ਹੁੰਦੀ ਆ ਉਹ 5% ਤੇ ਹੁੰਦੀ, ਰਾਈਟ? ਉਹਦੇ ਵਾਸਤੇ ਮਿਨੀਮਮ ਜਿਹੜਾ ਤੁਹਾਨੂੰ 5 ਚਾਹੀਦਾ ਵਾ। ਤੇ ਜੇ 5 ਲੱਖ ਤੋਂ ਲੈ ਕੇ 9,99,999 ਮਿਲੀਅਨ ਤੋਂ 1 ਪੈਸੇ ਘੱਟ ਤੱਕ $1 ਘੱਟ, ਉਹ ਹੁੰਦੀ ਹੈ ਜੀ 10%। ਉਹਦੀ 10% ਹੁੰਦੀ ਹੈ, ਤੇ ਮਿਲੀਅਨ ਤੋਂ ਉੱਪਰ ਫਿਰ 20% ਹੁੰਦੀ ਹੈ, ਹਨਾ? ਸੋ ਇਦਾਂ ਨਹੀਂ ਹੁੰਦਾ ਵੀ ਨਹੀਂ ਆਪਾਂ ਨੂੰ 20% ਹੀ ਚਾਹੀਦਾ ਤਾਂ ਹੀ ਆਪਾਂ ਘਰ ਕਲੋਜ਼ ਕਰ ਸਕਦੇ। ਕਲੋਜ਼ਿੰਗ ਵਾਸਤੇ ਤੁਸੀਂ ਮੈਂ ਤਾਂ ਕਿ ਯੂ ਕੈਨ ਗੋ ਐਸ ਲੋ ਐਸ 5% ਆਲਸੋ। ਓਕੇ, ਠੀਕ ਆ। ਵੈਲ ਆ ਵੀ ਇੱਕ ਮਿਥ ਬਣਿਆ ਹੋਇਆ ਜੀ ਯੂਜੂਅਲੀ GTA ਦੇ ਵਿੱਚ ਵੀ ਭਾਜੀ ਸਾਡੇ ਕੋਲ 20% ਨਹੀਂ ਹੈਗਾ, ਅਸੀਂ ਘਰ ਨਹੀਂ ਬਾਏ ਕਰ ਸਕਦੇ। ਨਹੀਂ ਜੀ, ਤੁਸੀਂ ਘਰ ਬਾਏ ਕਰ ਸਕਦੇ ਹੋ, 20% ਤੋਂ ਹੇਠਾਂ ਵੀ ਕਰ ਸਕਦੇ ਹੋ, ਤੁਸੀਂ 5% ਤੇ ਵੀ ਕਲੋਜ਼ ਕਰਾ ਸਕਦੇ ਹੋ। ਬਕਾਇਦਾ 5 ਲੱਖ ਤੱਕ ਦਾ ਘਰ ਹੋਵੇ ਤੇ 5 ਲੱਖ ਤੋਂ ਉੱਪਰ ਆ, ਜਿਹੜਾ 5 ਲੱਖ ਤੋਂ ਉੱਪਰਲੀ ਅਮਾਉਂਟ ਹੋਣੀ ਆ ਉਹਦੇ ਤੇ 10% ਚਾਹੀਦਾ ਵਾ। ਸੋ ਇਹ ਨਹੀਂ ਹੈਗਾ ਵੀ ਫਿਰ ਟੋਟਲ 10% ਚਾਹੀਦਾ। ਜਿਵੇਂ ਤੁਹਾਡੇ ਕੋਲ 6 ਲੱਖ ਦਾ ਘਰ ਲੈਣਾ ਹੈਗਾ ਤੁਸੀਂ, ਤਾਂ 5 ਲੱਖ ਦਾ 5% ਹੋ ਗਿਆ 25,000। 5 ਤੋਂ ਲੈ ਕੇ 6 ਲੱਖ ਦਾ ਜਿਹੜਾ 1 ਲੱਖ ਹੈਗਾ ਉਹਦੇ ਹੋ ਗਏ 10,000। ਤਾਂ 6 ਲੱਖ ਦਾ ਘਰ ਕਲੋਜ਼ ਕਰਾਉਣ ਲਈ ਤੁਹਾਨੂੰ ਮਿਨੀਮਮ 35,000 ਚਾਹੀਦਾ ਵਾ। ਤਾਂ ਇਸ ਲਈ ਇਹ ਵੀ ਕੁਝ ਲੋਕਾਂ ਨੇ ਇਹ ਵੀ ਮਿਸਅੰਡਰਸਟੈਂਡਿੰਗ ਹੋਈ ਦੀ ਹੈ, ਯਾਰ 5 ਤੋਂ ਵੱਧ ਦਾ ਘਰ ਹੋ ਗਿਆ ਹੁਣ ਤਾਂ ਸਾਰੇ ਵਾਸਤੇ 10,000 ਚਾਹੀਦਾ। ਨਹੀਂ, 10% ਸਾਰੇ ਵਾਸਤੇ ਨਹੀਂ ਚਾਹੀਦਾ। ਪਹਿਲੇ 5%, 5 ਲੱਖ ਤੱਕ 5% ਚਾਹੀਦਾ, ਫਿਰ 5 ਲੱਖ ਤੋਂ ਉੱਪਰ ਜਿੰਨੀ ਅਮਾਉਂਟ ਹੈ ਉਹਦੇ 10% ਚਾਹੀਦਾ। ਉਹ ਉੱਪਰ ਲੱਖ ਵੀ ਹੋ ਸਕਦੀ ਹੈ, 2 ਵੀ, 3 ਵੀ, ਜਿੰਨੀ ਵੀ ਉੱਪਰ ਅਮਾਉਂਟ ਹੈਗੀ ਹੈ ਉਹਦੇ ਤੇ 10% ਹੈ। ਜਿੱਦਾਂ ਮੈਂ ਸਿੰਪਲ ਸਿਨੈਰੀਓ ਕੈਲਕੂਲੇਟ ਕਰਕੇ ਦੱਸਿਆ ਵੀ ਸਪੋਜ਼ 6 ਲੱਖ ਦਾ ਘਰ ਤੁਸੀਂ ਲੈ ਰਹੇ ਹੋ ਤਾਂ ਪਹਿਲੇ 5 ਲੱਖ ਦਾ 5% ਹੁੰਦਾ 25,000, ਉਸ ਤੋਂ 5 ਤੋਂ 6 ਲੱਖ ਜਿਹੜਾ 1 ਲੱਖ ਐਕਸਟਰਾ ਹੈਗਾ ਉਹ ਤੇ ਬਣਿਆ 10,000। ਤੇ ਤੁਹਾਨੂੰ 6 ਲੱਖ ਦਾ ਘਰ ਕਲੋਜ਼ ਕਰਾਉਣ ਲਈ ਮਿਨੀਮਮ $35,000 ਚਾਹੀਦਾ। $35,000 ਚਾਹੀਦਾ। ਓਕੇ ਵੀਰ ਜੀ, ਬਾਕੀ ਫਰਸਟ ਟਾਈਮ ਹੋਮ ਪਲਾਨਸ ਕਿਹੜੇ ਚੱਲ ਰਹੇ ਨੇ ਰਾਈਟ ਨਾਓ? ਇੱਕ ਤੁਸੀਂ ਮੈਨੂੰ ਹੁਣੇ ਆਪਾਂ ਆਫ ਦਾ ਲਾਈਵ ਗੱਲ ਕਰ ਰਹੇ ਸੀਗੇ ਵੀ ਨਵਾਂ ਪਲਾਨ ਆਇਆ ਵਾ, ਉਹ ਕਿਹੜਾ ਪਲਾਨ ਆ? ਉਹ ਦੇਖੋ ਗਵਰਨਮੈਂਟ ਇਜ਼ ਬ੍ਰਿੰਗਿੰਗ ਸਮ ਪਲਾਨਸ ਜਿਹਦੇ ਵਿੱਚ ਤੁਹਾਡੇ ਕੋਲ ਬੈਂਕ ਦੇ ਵਿੱਚ ਇਹੋ ਜਿਹਾ ਪਲਾਨ ਆ ਜਾਏਗਾ ਕਿ ਤੁਹਾਡੇ ਕੋਲ ਕੁਝ ਅਮਾਉਂਟ ਜਿਹੜਾ ਘਰ ਖਰੀਦਣ ਲਈ $30,000 ਤੁਸੀਂ ਟੈਕਸ ਫ੍ਰੀ ਹੋ ਜਾਣਗੇ, ਤੁਹਾਡੇ ਉੱਤੇ ਗਵਰਨਮੈਂਟ ਟੈਕਸ ਨਹੀਂ ਲਏਗੀ ਬਿਕੋਜ਼ ਯੂ ਆਰ ਸੇਵਿੰਗ ਫॉर ਦ ਹਾਊਸ ਵਿਚ ਇਜ਼ ਕਮਿੰਗ। ਉਹਦੇ ਵਾਸਤੇ ਤੁਹਾਨੂੰ ਬੈਂਕਿੰਗ ਫਾਈਨੈਂਸ਼ੀਅਲਸ ਤੁਸੀਂ ਜਿਹੜੇ ਵੀ ਬੈਂਕ 'ਚ ਕਰਦੇ ਹੋ ਦੇ ਕੈਨ ਆਲਵੇਜ਼ ਐਕਸਪਲੇਨ ਯੂ ਹਾਊ ਦੈਟ ਬੈਂਕ ਵਰਕਸ ਇਨ। ਤੇ ਬਾਕੀ ਜਸਟ ਇਹ ਸਾਰਿਆਂ ਦਾ ਕੁਐਸਚਨ ਆ, ਮੇਰਾ ਵੀ ਕੁਐਸਚਨ ਆ, ਫਿਊਚਰ ਮਾਰਕੀਟ ਕਿੱਧਰ ਜਾ ਰਹੀ ਆ? ਦੇਖੋ ਜੀ, ਵੈਸੇ ਤਾਂ ਦੇਖੋ ਫਿਊਚਰ ਮਾਰਕੀਟ ਕੋਈ ਵੀ ਨਹੀਂ ਦੱਸ ਸਕਦਾ ਜੀ, ਬਟ ਜਿੰਨੀ ਸਾਡੀ ਅੰਡਰਸਟੈਂਡਿੰਗ ਹੈਗੀ ਹੈ ਮੈਂ ਉਸ ਸਾਹਮਣੇ ਦੱਸਦਾ। ਨੋ ਡਾਊਟ ਆਪਾਂ ਸਭ ਡਰੇ ਹੋਏ ਹਾਂ ਉਹ ਇੰਟਰਸਟ ਰੇਟ ਉੱਪਰ ਆ ਗਿਆ ਤਾਂ ਹੁਣ ਮਾਰਕੀਟ ਬਸ ਖਤਮ ਹੋ ਜਾਣੀ ਹੈ, ਇੱਦਾਂ ਕੁਝ ਨਹੀਂ ਹੁੰਦਾ ਜੀ। ਜਦ ਗਵਰਨਮੈਂਟ ਨੇ ਕਰੋਨਾ ਵਾਇਰਸ ਆਇਆ ਸੀ, ਕੋਵਿਡ ਸ਼ੁਰੂ ਹੋਇਆ ਸੀਗਾ, ਉਹਨਾਂ ਨੇ ਇੰਟਰਸਟ ਰੇਟ ਡਾਊਨ ਕੀਤੇ ਸੀ। ਕਿਉਂ? ਇਸ ਲਈ ਕੀਤੇ ਸੀਗੇ ਤਾਂ ਕਿ ਮਾਰਕੀਟ ਦੇ ਵਿੱਚ ਬਿਜ਼ਨਸ ਦਾ ਮੋਮੈਂਟਮ ਬਣਿਆ ਰਹੇ, ਕੈਸ਼ ਫਲੋ ਚੰਗਾ ਰਹੇ, ਤਾਂ ਕਿ ਮਾਰਕੀਟ ਦੀ ਇਕਨੋਮੀ ਚੱਲਦੀ ਰਹੇ। ਉਦੋਂ ਲੋਕਾਂ ਸੋਚਿਆ ਸੀ ਕਿ ਲਓ ਜੀ ਹੁਣ ਤਾਂ ਅਸੀਂ ਘਰ ਜੇ ਨਾ ਖਰੀਦਿਆ ਤਾਂ ਸਾਨੂੰ ਜ਼ਿੰਦਗੀ 'ਚ ਘਰ ਹੀ ਨਹੀਂ ਮਿਲਣਾ। ਤਾਂ ਲੋਕਾਂ ਲੱਗਦਾ ਸੀ ਲੈ ਵੀ ਹੁਣ ਬਸ ਜਿੱਦਾਂ ਮਰਜੀ ਬਿਡਿੰਗਸ ਇੰਨੀਆਂ ਹਾਈ ਜਾ ਰਹੀ ਸੀ ਜਿਵੇਂ ਉਸ ਤੋਂ ਬਾਅਦ ਘਰ ਮਿਲਣਾ ਹੀ ਨਹੀਂ ਲਾਈਫ। ਆਹ ਦੇਖੋ ਉਹ ਸਿਨੈਰੀਓ ਚਲਾ ਗਿਆ ਨਾ, ਅੱਜ ਇਹ ਆ ਗਿਆ ਕਿਉਂਕਿ ਕੋਵਿਡ ਖਤਮ ਹੋਇਆ, ਗਵਰਨਮੈਂਟਸ ਹੈਡ ਟੂ ਬੈਲੈਂਸ ਆਊਟ ਦੈਟ ਥਿੰਗ, ਜਿਹਦੇ ਕਰਕੇ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਸੀਗੀ ਕਿ ਉਹਨਾਂ ਨੂੰ ਹੁਣ ਇੰਟਰਸਟ ਰੇਟ ਵਧਾਉਣੇ ਪਏ ਇਨਫਲੇਸ਼ਨ ਕੰਟਰੋਲ ਕਰਨ ਲਈ। ਤੇ ਇਹ ਵੀ ਇੱਕ ਸਿਨੈਰੀਓ ਗਵਰਨਮੈਂਟ ਦਾ ਹੈਗਾ, ਜਿਵੇਂ ਉਹਨਾਂ ਨੇ ਪਹਿਲਾਂ ਘਟਾਏ ਸੀਗੇ ਇਕਨੋਮੀ ਨੂੰ ਬੂਮ ਕਰਨ ਲਈ, ਹੁਣ ਉਹ ਇੰਟਰਸਟ ਰੇਟਸ ਵਧਾ ਰਹੇ ਨੇ ਇਨਫਲੇਸ਼ਨ ਨੂੰ ਡਾਊਨ ਕਰਨ ਲਈ। ਤੇ ਇਸ ਲਈ ਜਦ ਇੱਕ ਵਾਰ ਇਨਫਲੇਸ਼ਨ ਨਾਰਮਲ ਹੋ ਜਾਏਗੀ ਤਾਂ ਇੰਟਰਸਟ ਰੇਟਸ ਵੀ ਨਾਰਮਲ ਹੋ ਜਾਣਗੇ। ਇਹ ਕੋਈ ਵੀ ਉਹ ਕਹਿੰਦੇ ਨਥਿੰਗ ਇਜ਼ ਪਰਮਾਨੈਂਟ। ਪਹਿਲੇ ਵਾਲਾ ਸਿਨੈਰੀਓ ਪਰਮਾਨੈਂਟ ਨਹੀਂ ਸੀ, ਆ ਵੀ ਪਰਮਾਨੈਂਟ ਹੀ ਹੈਗਾ। ਥੋੜੀ ਦੇਰ ਤੋਂ ਬਾਅਦ ਗਵਰਨਮੈਂਟ ਨੂੰ ਇਸ ਲਈ ਨਹੀਂ ਉਹ ਇੰਟਰਸਟ ਵਧਾ ਰਿਹਾ ਕਿ ਉਹਨਾਂ ਨੂੰ ਰੀਅਲ ਏਸਟੇਟ ਮਾਰਕੀਟ ਨੂੰ ਕ੍ਰੈਸ਼ ਕਰਨਾ। ਗਵਰਨਮੈਂਟ ਕੋਈ ਕ੍ਰੈਸ਼ ਨਹੀਂ ਕਰਨਾ ਚਾਹੁੰਦੀ, ਗਵਰਨਮੈਂਟ ਸਿਰਫ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ, ਇਸ ਲਈ ਇੰਟਰਸਟ ਰੇਟ ਵਧਾਏ ਜਾ ਰਹੇ ਨੇ। ਜਦ ਉਹਨਾਂ ਨੂੰ ਲੱਗੂਗਾ ਕਿ ਹਾਂਜੀ ਸਾਡੇ ਟਾਰਗੇਟਸ ਅਚੀਵ ਹੋ ਗਏ ਇਨਫਲੇਸ਼ਨ ਦੇ, ਦੈਨ ਦੇ ਵਿਲ ਨਾਰਮਲਾਈਜ਼ ਇੰਟਰਸਟ ਰੇਟਸ। ਇਸ ਲਈ ਇਟ ਇਜ਼ ਅ ਪਾਸਿੰਗ ਸਿਨੈਰੀਓ। ਹੁਣ ਕੁਝ ਲੋਕਾਂ ਲਈ ਜਿਵੇਂ ਉਸ ਤੋਂ ਸ਼ੁਰੂ ਦੇ ਵਿੱਚ ਕੋਵਿਡ ਸ਼ੁਰੂ ਹੋਇਆ ਸੀ, ਉਦੋਂ ਘਰ ਖਰੀਦੇ ਸੀਗੇ, ਘੱਟ ਰੇਟ ਆਫ ਇੰਟਰਸਟ ਲੱਕੀ ਰਹਿ ਗਿਆ, ਲੈ ਲੈ, ਠੀਕ ਹੈ ਨਾ, ਨਾਓ ਦੇ ਆਰ ਡੂਇੰਗ ਗੁੱਡ। ਐਦਾਂ ਹੀ ਕੁਝ ਲੋਕਾਂ ਵਾਸਤੇ ਇਹ ਸਿਨੈਰੀਓ ਲੱਕੀ ਹੈਗਾ। ਜੇ ਤੁਸੀਂ ਸੋਚੋ ਇੰਟਰਸਟ ਰੇਟ ਥੋੜਾ ਜਿਹਾ ਹਾਈ ਹੈ ਪਰ ਜੇ ਤੁਹਾਨੂੰ ਘਰ 3 ਲੱਖ ਸਸਤਾ ਮਿਲ ਗਿਆ ਤੇ 2 ਸਾਲ ਬਾਅਦ ਇੰਟਰਸਟ ਰੇਟ ਜੇ ਨਾਰਮਲਾਈਜ਼ ਹੋ ਗਿਆ ਤਾਂ ਉਸ ਤੋਂ ਓਵਰਆਲ ਬੈਨੀਫਿਟਸ ਰਹਿ ਗਏ ਨਾ। ਆਹੀ ਚੀਜ਼ ਤਾਂ ਸਮਝਦੇ ਨਹੀਂ ਹੈਗੇ, ਆਹੀ ਤਾਂ ਮੈਂ ਵੀਡੀਓਜ਼ ਵੀ ਪਾਉਣਾ ਹੁੰਦਾ ਜੀ, ਉਹਦੇ ਵਿੱਚ ਮੈਂ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ ਵੀ ਜਿਹੜੀ ਚੀਜ਼ $1 ਮਿਲੀਅਨ ਦੀ ਜਾਂ 1.2 ਦੇ 1.3 ਦੀ ਵੀ ਮਿਲ ਰਹੀ ਸੀ, ਉਹ ਅੱਜ ਤੁਹਾਨੂੰ 8 ਲੱਖ ਦੀ ਮਿਲ ਰਹੀ ਹੈ। ਜੇ ਉਹਦੇ ਵਿੱਚ ਤੁਸੀਂ ਐਕਸਟਰਾ 10 ਜਾਂ 20 ਹਜ਼ਾਰ 2 ਸਾਲ ਵਾਸਤੇ ਇੰਟਰਸਟ ਜ਼ਿਆਦਾ ਵੀ ਦੇ ਦੋਗੇ, ਐਗਜ਼ੈਕਟਲੀ ਸਟਿਲ ਯੂ ਆਰ ਮੇਕਿੰਗ ਗੁੱਡ ਮਨੀ, ਸੇਵਿੰਗ ਗੁੱਡ ਮਨੀ। ਹਾਂਜੀ ਬਿਲਕੁਲ, ਤੁਸੀਂ ਇੰਨਾ ਕੁ ਰੱਖਣਾ ਹੈਗਾ ਕਿ ਇਸ ਚੀਜ਼ ਨੂੰ ਦੇਖੋ ਜੇ ਅੱਜ ਸਾਨੂੰ ਘਰ ਸਸਤਾ ਮਿਲ ਰਿਹਾ, ਜੇ ਤੁਸੀਂ ਉਹਦੀ ਕਿਸ਼ਤ ਅਫੋਰਡ ਕਰ ਰਹੇ ਹੋ। ਪਹਿਲੀ ਗੱਲ ਤਾਂ ਜੀ ਇੱਕ ਚੀਜ਼ ਬੜਾ ਸਿੰਪਲ ਫਾਰਮੂਲਾ ਹੈਗਾ ਮਾਰਕੀਟ ਦੇ ਵਿੱਚ, ਜਦ ਤੁਸੀਂ ਘਰ ਆਪਣੇ ਰਹਿਣ ਲਈ ਲੈ ਰਹੇ ਹੋ ਨਾ,
ਤਾਂ ਤੁਹਾਨੂੰ ਇੰਨਾ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਘਰ ਉੱਪਰ ਗਿਆ ਥੱਲੇ ਗਿਆ, ਕਿਉਂਕਿ ਹੁਣ ਅਸੀਂ ਘਰ ਲਿੱਤੇ ਹੋਏ ਨੇ 5 ਸਾਲ ਬਾਅਦ ਘਰ ਡਬਲ ਹੋ ਗਿਆ, ਜਿੰਨੇ ਦਾ ਮਰਜ਼ੀ ਹੋ ਗਿਆ, ਰਹਿਣਾ ਤਾਂ ਅਸੀਂ ਉਸ ਘਰ 'ਚ ਹੀ ਹੈ ਨਾ। ਜੇ ਅਸੀਂ ਆਪਣੇ ਵਾਸਤੇ ਘਰ ਲਿੱਤਾ ਹੈ, ਅਸੀਂ ਇਹ ਸੋਚਣਾ ਕਿ ਯਾਰ ਮੇਰੀ ਇਨਕਮ ਦੇ ਸਾਹਮਣੇ ਮੈਂ ਆਪਣਾ ਘਰ ਅਫੋਰਡ ਕਰ ਸਕਦਾ, ਮੈਂ ਘਰ ਖਰੀਦ ਲਿਆ, ਹੁਣ ਮੈਂ ਉੱਥੇ ਰਹਿਣਾ, ਠੀਕ ਹੈ। ਜੇ ਅਸੀਂ ਆਪਣਾ ਘਰ ਵੇਚਾਂਗੇ ਤਾਂ ਕਿਤੇ ਹੋਰ ਘਰ ਲਵਾਂਗੇ, ਘਰ ਤਾਂ ਚਾਹੀਦਾ ਹੀ ਹੈ ਨਾ ਫਾਈਨਲੀ ਰਹਿਣ ਨੂੰ, ਘਰ ਤਾਂ ਘਰ ਹੈਗਾ ਹੀ ਹੈ। ਜੇ ਤੁਸੀਂ ਇਹ ਸੋਚ ਸਕਦੇ ਹੋ ਵੀ ਅੱਜ ਦੇ ਸਿਨੈਰੀਓ ਦੇ ਵਿੱਚ ਮੇਰੀ ਮੌਰਗੇਜ ਹੋ ਕੇ ਮੈਂ ਘਰ ਨੂੰ ਅਫੋਰਡ ਕਰ ਸਕਦਾ, ਯੂ ਕੈਨ ਬਾਈ ਦੀ ਹਾਊਸ, ਤੁਹਾਨੂੰ ਠੀਕ ਰੇਟ ਮਿਲ ਰਿਹਾ ਹੈਗਾ। ਕੱਲ ਨੂੰ ਘਰ ਚਾਹੇ ਥੋੜਾ ਥੱਲੇ ਗਿਆ ਉੱਪਰ ਗਿਆ, ਤੁਸੀਂ ਤਾਂ ਇਹ ਦੇਖਿਆ ਵੀ ਮੈਂ ਜਿਹੜੀ ਮੌਰਗੇਜ ਕਰਾਈ ਮੈਂ ਉਹ ਮੌਰਗੇਜ ਅਫੋਰਡ ਕਰ ਸਕਦਾ, ਮੈਂ ਆਪਣੀ ਮੌਰਗੇਜ ਪੇ ਕਰ ਰਿਹਾ, ਕਿਉਂਕਿ ਆਪਣਾ ਘਰ ਹੈ। ਲੌਂਗ ਟਰਮ ਦੇ ਵਿੱਚ ਤਾਂ ਪ੍ਰਾਪਰਟੀਜ਼ ਜਨਰਲੀ ਗੇਨ ਕਰਦੀ ਹੀ ਨੇ, ਇਟਸ ਅ ਜਨਰਿਕ ਸਟੇਟਮੈਂਟ ਇਨ ਦ ਮਾਰਕੀਟ। ਇਸ ਲਈ ਤੁਸੀਂ ਸਪੋਜ਼ ਕਿਸੇ ਨੇ 2019 ਚ ਘਰ ਲਿੱਤਾ, ਠੀਕ ਹੈ ਜੀ, ਉਹ 2021 ਦੇ ਵਿੱਚ ਜੀ 50% ਉੱਪਰ ਚਲਾ ਗਿਆ, ਹੁਣ ਥੱਲੇ ਆ ਗਿਆ, ਉਹਦੀ ਲਾਈਫ ਤੇ ਕੀ ਫਰਕ ਪਿਆ? ਉਹਦਾ ਉਹ 2019 ਚ ਵੀ ਮੌਰਗੇਜ ਦੇ ਰਿਹਾ ਸੀਗਾ, 2021 ਵੀ ਦਿੰਦਾ ਰਿਹਾ, ਹੁਣ ਵੀ ਦੇ ਰਿਹਾ, ਲੋਕਾਂ ਨੇ ਘਰ ਤਾਂ ਰਹਿਣਾ ਹੀ ਹੈ ਨਾ ਜੀ। ਇਸ ਲਈ ਐਸੈਟ ਵੈਲਿਊ ਜਿਹੜੀ ਹੈਗੀ ਉੱਪਰ ਥੱਲੇ ਜਾ ਰਹੀ। ਯੈਸ, ਇਫ ਯੂ ਆਰ ਡੂਇੰਗ ਸਮ ਇਨਵੈਸਟਮੈਂਟਸ ਫॉर ਆਲਟਰਨੇਟ ਇਨਕਮ, ਦੋਸ ਥਿੰਗਸ ਡੂ ਮੈਟਰ, ਬਟ ਜੇ ਤੁਸੀਂ ਆਪਣੇ ਵਾਸਤੇ ਕਰ ਲੈ ਰਹੇ ਹੋ, I think so it's a good timing, ਕਿਉਂਕਿ ਤੁਹਾਨੂੰ ਡੀਲ ਚੰਗੀ ਮਿਲ ਸਕਦੀ ਹੈ। If you can afford to pay the mortgage, you should not worry much, ਕਿਉਂਕਿ ਤੁਸੀਂ mortgage pay ਕਰ ਰਹੇ ਹੋ, property normal ਜੇ ਸੇਮ ਰਵੇ ਉੱਪਰ ਜਾਂ ਥੱਲੇ, ਤੁਸੀਂ ਤਾਂ ਆਪਣੇ ਘਰ ਦੀ mortgage pay ਕਰਨੀ ਹੋਈ ਹੈ। ਤੁਸੀਂ ਆਪਣਾ ਘਰ ਰਹਿ ਰਹੇ ਹੋ, ਹੌਲੀ ਇੱਕ ਘਰ ਤਾਂ ਤੁਸੀਂ ਆਪ ਬਣਾਉਣਾ ਹੀ ਹੈ, ਤਾਂ ਇਸ ਲਈ I think so it's a good time ਕਿ ਹੁਣ ਮਾਰਕੀਟ ਕਰੈਕਸ਼ਨ ਮੋਡ 'ਚ ਹੈਗੀ ਹੈ। ਯੂ ਨੈਵਰ ਨੋ ਅਗਲੇ ਟਾਈਮ ਕੁਝ ਮਹੀਨਿਆਂ ਬਾਅਦ ਮਾਰਕੀਟ ਕਿਸ ਟਰਨ ਤੇ ਹੋਵੇ, ਤੇ ਇਟ ਕੁਡ ਬੀ ਅ ਗੁੱਡ ਟਾਈਮ ਫॉर ਯੂ ਪੀਪਲ ਟੂ ਬਾਏ। ਦੇਵ ਜੀ, ਇਹ ਲੱਗ ਰਿਹਾ ਵਾ ਵੀ ਰਾਈਟ ਨਾਲ ਲੋਕ ਡਰੇ ਹੋਏ ਆ, ਹਾਂਜੀ, ਤੇ ਇਨਵੈਸਟਰਸ ਬਾਏ ਕਰ ਰਹੇ ਆ, ਬਾਏ ਕਰਕੇ ਉਹ ਰੈਂਟ ਤੇ ਦੇ ਰਹੇ ਆ, ਕਿਉਂਕਿ ਜਿੰਨੀ ਮੌਰਗੇਜ ਆਉਣੀ ਆ ਉਨੀ ਘਰ ਦੀ ਕਿਸ਼ਤ ਆ ਰਹੀ ਆ, ਰਾਈਟ, ਤੇ ਮੌਰਗੇਜ ਜਿਹੜਾ ਇਨਵੈਸਟਰ ਉਹ ਆਪ ਨਹੀਂ ਪੇ ਕਰ ਰਿਹਾ, ਉਹ ਰੈਂਟਰ ਤੇ ਦੇ ਰਿਹਾ, ਐਗਜ਼ੈਕਟਲੀ, ਰੈਂਟਰ ਪੇ ਕਰ ਰਿਹਾ। ਸੋ ਜੇ ਰੈਂਟਰ ਪੇ ਕਰ ਰਿਹਾ ਵਾ $3000, ਰੈਂਟਰ ਕਿਉਂ ਨਹੀਂ ਆਪਣੇ ਵਾਸਤੇ ਘਰ ਬਾਏ ਕਰਕੇ ਉਹ ਆਪਣੀ ਕਿਸ਼ਤ ਆਪ ਦਿੰਦਾ? ਬਿਲਕੁਲ ਬਿਲਕੁਲ ਜੀ, ਜੇ ਤੁਸੀਂ $3000 ਸਪੋਜ਼ ਅਫੋਰਡ ਕਰ ਸਕਦੇ ਹੋ, ਤੇ ਜੇ ਤੁਸੀਂ ਰੈਂਟ ਅਫੋਰਡ ਕਰ ਸਕਦੇ ਹੋ, ਤੁਹਾਨੂੰ ਲੱਗਦਾ ਮੈਂ ਉਨੀ ਕਿਸ਼ਤ ਤੇ ਆਪਣੇ ਘਰ ਦਾ ਖਰਚਾ ਅਫੋਰਡ ਕਰ ਸਕਦਾ, ਤਾਂ ਤੁਸੀਂ ਆਪਣੀ ਇਨਕਮ ਦੇ ਹਿਸਾਬ ਨਾਲ ਦੇਖੋ, ਮਾਰਕੀਟ ਦੇ ਹਿਸਾਬ ਨਾਲ ਨਾ ਦੇਖੋ। ਐਗਜ਼ੈਕਟਲੀ, ਮਾਰਕੀਟ ਤਾਂ ਖਰੀਦਣ ਵਾਸਤੇ ਫੇਵਰੇਬਲ ਹੈ ਕਿ ਪ੍ਰਾਪਰਟੀ ਹੁਣ ਕਰੈਕਟਡ ਹੈ। ਬਹੁਤ ਜ਼ਿਆਦਾ ਹਾਈਪ ਤੇ ਜਦ ਮਾਰਕੀਟ ਹੁੰਦੀ ਹੈ, ਉਹ ਜ਼ਿਆਦਾ ਰਿਸਕੀ ਹੁੰਦਾ ਹੈ ਕਿ ਯਾਰ ਮੈਂ ਅਫੋਰਡ ਕਰ ਸਕਦਾ ਨਹੀਂ, ਮੈਂ ਘਰ ਲੈ ਲਿਆ, ਕੱਲ ਨੂੰ ਘਰ ਥੱਲੇ ਆ ਗਿਆ। ਹੁਣ ਉਹ ਲੋਕਾਂ ਸੋਚੋ ਜਿਨ੍ਹਾਂ ਨੇ ਜਨਰਲ ਇੰਸ਼ੋਰੈਂਸ ਦੇ ਘਰ ਲਿੱਤੇ, ਉਹਨਾਂ ਦੇ ਘਰ 3-3 ਲੱਖ ਥੱਲੇ ਆ ਗਿਆ। ਜਿਹੜਾ ਬੰਦਾ ਆਪਣੀ ਮੌਰਗੇਜ ਦੇਣਾ ਅਫੋਰਡ ਕਰ ਰਿਹਾ ਸੀਗਾ, ਉਹ ਤਾਂ ਹੁਣ ਵੀ ਪੇ ਕਰੇ, ਕੀ ਫਰਕ ਪਏਗਾ? ਘਰ ਥੱਲੇ ਉੱਪਰ ਉਹਨਾਂ ਦਾ ਘਰ ਚ ਰਹਿਣਾ ਹੀ ਹੈ ਨਾ। ਬਿਲਕੁਲ ਬਿਲਕੁਲ, ਠੀਕ ਹੈ ਨਾ। ਤੇ ਬਲਕਿ ਜਿਸ ਪ੍ਰਾਈਸ ਤੇ ਉਹਨੇ ਘਰ ਲਿੱਤਾ ਉਹ ਵੇਚੇਗਾ ਤਾਂ ਉਹਨੂੰ ਨੁਕਸਾਨ ਹੋਏਗਾ। ਹੁਣ ਅੱਜ ਦੀ ਪ੍ਰਾਈਸ ਤੇ ਜਿਹੜੇ ਬੰਦੇ ਨੇ ਘਰ ਲੈਣਾ, ਜੇ ਉਹ ਮੌਰਗੇਜ ਪੇ ਕਰਕੇ ਆਪਣੀ ਲਾਈਫ ਸਟਾਈਲ ਨਾਰਮਲ ਕੱਟ ਰਿਹਾ, ਇਟਸ ਗੁੱਡ ਓਨਲੀ, ਕਿਉਂਕਿ ਅੱਗੇ ਜਾ ਕੇ ਜੇ ਘਰ ਵੱਧਦਾ ਤਾਂ ਉਹ ਵੇਚ ਕੇ ਪੈਸੇ ਬਣਾ ਸਕਦੇ ਨੇ। ਬਿਲਕੁਲ, ਤੇ ਇਸ ਲਈ ਹਾਈ ਮਾਰਕੀਟ 'ਚ ਪੈਨਿਕ ਕਰਨ ਨਾਲੋਂ ਆਈ ਥਿੰਕ ਸੋ ਇਹ ਜ਼ਿਆਦਾ ਬੈਟਰ ਮਾਰਕੀਟ ਹੈਗੀ ਹੈ ਘਰ ਖਰੀਦਣ। ਪਰ ਉਹੀ ਹੈ, ਜਦੋਂ ਮੈਜੋਰਿਟੀ ਇਹ ਗੱਲ ਕਹਿੰਦੀ ਆ ਵੀ ਨਹੀਂ ਮਾਰਕੀਟ ਟੁੱਟ ਜਾਣੀ ਆ, ਇਹੀ ਰੀਜ਼ਨ ਹੈ ਕਿ ਨਾਰਮਲ ਬੰਦਾ, ਹਰ ਇੱਕ ਬੰਦੇ ਨੂੰ ਹਰ ਇੱਕ ਫੀਲਡ ਦੀ ਨੌਲੇਜ ਕਈ ਵਾਰ ਨਹੀਂ ਹੁੰਦੀ। ਇਸ ਲਈ ਕਹਿੰਦੇ ਕਿ ਜੋ ਵੀ ਤੁਹਾਡਾ ਸਿਨੈਰੀਓ, ਕਿਸੇ ਪ੍ਰੋਫੈਸ਼ਨਲ ਤੋਂ ਤੁਸੀਂ ਗਾਈਡੈਂਸ ਲਾਓਗੇ, ਤੁਹਾਨੂੰ ਸਾਰੀ ਸਿਨੈਰੀਓਜ਼ ਐਕਸਪਲੇਨ ਕਰ ਸਕਦੇ। ਯੈਸ, ਉਹਦੇ ਨਾਲ ਆਪਣੀ ਨੌਲੇਜ ਵੀ ਵੱਧ ਸਕਦੀ ਹੈ। ਤੇ ਬਾਕੀ ਵੀਰ ਜੀ, ਵਾਟਸ ਯੋਰ ਟੇਕ ਔਨ ਬਾਇੰਗ ਔਰ ਸੈਲਿੰਗ? ਸੋ ਤੁਸੀਂ ਬਾਇੰਗ ਤੇ ਬੁਲਿਸ਼ ਹੋ ਜਾਂ ਸੈਲਿੰਗ ਤੇ ਬੁਲਿਸ਼ ਹੋ ਰਾਈਟ ਨਾਓ? ਦੇਖੋ ਜੀ, ਇਫ ਆਈ ਐਮ ਟੇਕਿੰਗ ਪਰਸਨਲੀ ਔਨ ਮਾਈ, if I take myself personally, this is a market to buy, not to sell, for my thought process personal. ਆਪਣੇ ਲਈ ਮੈਂ ਕੋਸ਼ਿਸ਼ ਕਰਾਂਗਾ, ਜੇ ਮੈਂ ਕਰ ਸਕਾਂ ਤਾਂ I will try to buy rather than sell, because ਜੇ selling ਦੇ ਵਿੱਚ prices ਥੱਲੇ ਨੇ, why should we sell something if I can afford to keep it for a longer term? Exactly, ਆਹੀ ਚੀਜ਼ ਮੈਨੂੰ ਵੀ 2-3 ਬੰਦਿਆਂ ਦੀਆਂ ਕਾਲਸ ਆਈਆਂ ਸੀਗੀਆਂ ਜੀ, ਯਾਰ ਲਾਈਕ ਭਾਜੀ ਅਸੀਂ ਸੈਲ ਕਰਨਾ, ਆਮ ਲਾਈਕ ਡੋਂਟ ਸੈਲ ਇਟ, if you have money, if you can afford it then keep it. ਹਾਂ, ਜੇ ਕਿਸੇ ਦੀ ਕੋਈ ਪ੍ਰੋਬਲਮ ਡਿਫਰੈਂਟ ਹੈਗੀ ਹੈ, ਕੁਝ ਚੈਲੰਜਸ ਹੈਗੇ ਨੇ, ਉਹ ਸਿਨੈਰੀਓ ਡਿਫਰੈਂਟ ਹੁੰਦਾ, ਬਟ ਇਫ ਯੂ ਕੈਨ, ਮੈਂ ਜਿੱਦਾਂ ਕਿ ਆਪਣਾ ਘਰ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਉਹ ਪ੍ਰਾਪਰਟੀ ਉੱਪਰ ਜਾਵੇ ਥੱਲੇ ਜਾਵੇ, ਘਰ ਤਾਂ ਜੀ ਆਪਣਾ ਨੂੰ ਚਾਹੀਦਾ ਹੀ ਹੁੰਦਾ। ਬਿਲਕੁਲ ਚਾਹੀਦਾ ਹੁੰਦਾ, ਬਿਲਕੁਲ, ਕਿਸੇ ਥਾਂ ਤੇ ਤਾਂ ਰਹਿਣਾ ਹੀ ਰਹਿਣਾ ਨਾ ਜੀ। ਤੇ ਬਾਕੀ ਵੀਰ ਜੀ, ਹੋਰ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਇਹਦੇ ਵਿੱਚ? ਬਸ ਮੈਂ ਉਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੇ ਕੋਲ ਅਫੋਰਡੇਬਿਲਿਟੀ ਐਸ ਪਰ ਯੋਰ ਇਨਕਮ ਹੈਗੀ ਹੈ, ਇਟਸ ਅ ਗੁੱਡ ਟਾਈਮ ਟੂ ਬਾਏ ਦ ਮਾਰਕੀਟ। ਮੈਂ ਪਰਸਨਲੀ ਸਮਝਦਾ ਕਿ ਕਰੈਕਟਡ ਮਾਰਕੀਟ ਦੇ ਵਿੱਚ ਬਾਇਰ ਵਾਸਤੇ ਜ਼ਿਆਦਾ ਬੈਨੀਫਿਟ ਹੁੰਦਾ ਹੈ। ਯੈਸ, ਸੈਲਰ ਨੂੰ ਜ਼ਰੂਰ ਚੈਲੰਜ ਹੋ ਸਕਦਾ ਹੈ, ਕਿਉਂਕਿ ਇਹ ਬੜੀ ਨਾਰਮਲ ਜੀ ਗੱਲ ਹੈ ਵੀ ਹਰ ਕੋਈ ਬੰਦਾ ਸਸਤਾ ਖਰੀਦਣਾ ਚਾਹੁੰਦਾ ਤੇ ਮਹਿੰਗਾ ਵੇਚਣਾ ਚਾਹੁੰਦਾ ਹੈ ਜੀ। ਬਿਲਕੁਲ ਜੀ। ਤੇ ਸੈਲਰਸ ਵਾਸਤੇ ਇਹ ਬਹੁਤ ਪੀਕ ਟਾਈਮ ਨਹੀਂ ਹੈਗਾ, ਪੀਕ ਟਾਈਮ ਸੀਗਾ ਜਨਵਰੀ ਤੋਂ ਮਾਰਚ ਤੱਕ। ਹੁਣ ਆਪਾਂ ਦੇਖਦੇ ਹਾਂ ਨੈਕਸਟ ਪੀਕ ਕਦ ਆਉਂਦੀ ਹੈ, ਬਟ ਬਾਇਰਸ ਵਾਸਤੇ ਆਈ ਵੁੱਡ ਸੇ ਇਟ ਇਜ਼ ਅ ਗੁੱਡ। ਸੋ ਬਾਕੀ ਜੀ ਕੁਐਸਚਨ ਮੇਰਾ ਇਹ ਹੈ, ਜਿੱਦਾਂ ਅੱਜ ਬੈਂਕ ਆਫ ਅਮਰੀਕਾ ਨੇ ਇੰਟਰਸਟ ਰੇਟ ਹਾਈਕ ਕੀਤਾ 0.75 ਦਾ, ਤੁਹਾਨੂੰ ਲੱਗਦਾ ਵੀ ਅੱਗੇ ਬੈਂਕ ਆਫ ਕੈਨੇਡਾ ਵੀ ਹਾਈਕ ਕਰੂਗਾ? ਦੇਖੋ, ਨਾਰਮਲੀ
ਕੈਨੇਡੀਅਨ ਇਕਨੋਮੀ ਥੋੜਾ ਬਹੁਤ ਅਮਰੀਕਨ ਇਕਨੋਮੀ ਫੋਲੋ ਕਰਦੀ ਹੀ ਹੈ, ਤਾਂ देयर इज अ ਪ੍ਰਸਪੈਕਟਿਵ ਚਾਂਸ ਦੇ ਵਿਲ ਡੂ ਇਟ, ਕਿਉਂਕਿ ਕੈਨੇਡੀਅਨ ਇਨਫਲੇਸ਼ਨ ਹਲੇ ਵੀ ਐਕਸਪੈਕਟਡ ਲੈਵਲ ਤੋਂ ਕਾਫੀ ਹਾਈ ਹੈ, ਥੋੜਾ ਜਿਹਾ ਕੰਟਰੋਲ ਹੋਈ, ਐਕਸਪੈਕਟਡ ਲੈਵਲ ਤੋਂ ਹਾਈ ਹੈ, ਬਟ ਇੰਟਰਸਟ ਰੇਟਸ ਜਿਹੜੇ ਵਧਾਏ ਜਾ ਰਹੇ ਨੇ ਉਸ ਚੀਜ਼ ਨੂੰ ਬੜਾ ਕਲੀਅਰ ਰੱਖੋ, ਗਵਰਨਮੈਂਟ ਦੀ ਇੰਟੈਂਸ਼ਨ ਕਿਸੇ ਮਾਰਕੀਟ ਨੂੰ ਹਰਟ ਕਰਨ ਦੀ ਨਹੀਂ ਹੈਗੀ, ਗਵਰਨਮੈਂਟ ਇਨਫਲੇਸ਼ਨ ਕੰਟਰੋਲ ਕਰਨਾ ਚਾਹੁੰਦੀ ਹੈ, ਜੋ ਕਿ ਸਾਡੇ ਸਾਰਿਆਂ ਵਾਸਤੇ ਚੰਗੀ ਗੱਲ ਹੈ। ਜਿਵੇਂ ਸਾਨੂੰ ਲੱਗ ਰਿਹਾ ਮਹਿੰਗਾਈ ਵੱਧ ਰਹੀ ਹੈ ਤੇ ਮਹਿੰਗਾਈ ਨੂੰ ਕੰਟਰੋਲ ਕਰ ਰਹੇ ਨੇ, ਉਹ ਚੰਗਾ ਹੀ ਹੈ ਕਿ ਗਵਰਨਮੈਂਟ ਨੂੰ ਪਤਾ ਲੌਂਗ ਟਰਮ ਇਕਨੋਮੀ ਨੂੰ ਕਿੱਦਾਂ ਚਲਾਉਣਾ ਹੈ, ਤੇ ਇਹ ਜਿਹੜੇ ਇੰਟਰਸਟ ਰੇਟ ਵਧੇਗਾ ਵੀ ਉਹ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਹੈ। ਜਦ ਕੰਟਰੋਲ ਹੋ ਜਾਏਗੀ, ਪਹਿਲਾਂ ਵੀ ਤਾਂ ਦੇਖੋ ਇੰਟਰਸਟ ਰੇਟ 2% ਤੱਕ ਗਿਆ, 1.5% ਤੱਕ ਗਿਆ, ਹੁਣ ਜੇ ਜ਼ਿਆਦਾ ਹੈਗਾ ਤਾਂ ਅੱਗੇ ਫਿਰ ਡਿਪੈਂਡਿੰਗ ਅਪਨ ਦ ਇਕਨੋਮੀ ਗਵਰਨਮੈਂਟ ਐਡਜਸਟ ਕਰੇਗੀ ਇੰਟਰਸਟ ਰੇਟ ਨੂੰ। ਸੋ ਇਹ ਤਾਂ ਅਪ ਡਾਊਨ ਚੱਲਦੇ ਰਹਿੰਦਾ, ਉਹ ਤਾਂ ਚੱਲਦਾ ਹੀ ਰਹਿਣਾ ਹੈ। ਸੋ ਬਾਕੀ ਨਾਰਮਲ ਇੰਟਰਸਟ ਰੇਟ ਜਿਹੜਾ ਇੱਕ ਹੈਲਦੀ ਇੰਟਰਸਟ ਰੇਟ ਹੁੰਦਾ ਐਜ਼ ਪਰ ਇਕਨੋਮੀ ਵਿਦਆਊਟ ਇਨਫਲੇਸ਼ਨ, 1-2% ਤੇ ਇਨਫਲੇਸ਼ਨ ਚੱਲਦੀ ਆ, ਸੋ ਕਿੰਨਾ ਹੈਲਦੀ ਇੰਟਰਸਟ ਰੇਟ ਹੋਣਾ ਚਾਹੀਦਾ ਵਾ? ਦੇਖੋ ਇਟ ਡਿਪੈਂਡਸ, ਕਿਉਂਕਿ ਦੇਖੋ ਪਹਿਲਾਂ ਆਪਣੀ ਇਨਫਲੇਸ਼ਨ 2% ਹੁੰਦੀ ਸੀ ਤੇ ਆਪਣੀ ਇੰਟਰਸਟ ਰੇਟ ਵੀ ਟੈਕਨੀਕਲ 2 ਤੋਂ 3 ਤੱਕ ਹੀ ਰਿਹਾ, 2 ਤੋਂ 3 ਤੇ ਜਨਰਲੀ ਉਹਦੇ ਨੇੜੇ ਤੇੜੇ ਹੀ ਰਿਹਾ, ਬਟ ਇਟ ਆਲ ਡਿਪੈਂਡਸ, ਬਿਕੋਜ਼ ਉਹ ਤਾਂ ਇਕਨੋਮਿਸਟ ਤੇ ਗਵਰਨਮੈਂਟ ਦੇ ਜਿਹੜੇ ਰਿਸਪੌਂਸਿਬਲ ਐਗਜ਼ੀਕਿਊਟਿਵਸ ਨੇ ਉਹਨਾਂ ਨੂੰ ਜ਼ਿਆਦਾ ਪਤਾ ਵੀ ਉਹਨਾਂ ਨੇ ਕਿੰਨਾ ਰੱਖਣਾ ਹੈ, ਉਹ ਤੇ ਤਾਂ ਅਸੀਂ ਕੋਈ ਕਮੈਂਟ ਕਰ ਨਹੀਂ ਸਕਦੇ, ਕਿਉਂਕਿ ਇਫ ਵੀ ਆਲਸੋ ਕਮੈਂਟ ਵੀ ਡੋਂਟ ਨੋ ਵਾਟਸ ਗੋਇੰਗ ਇਨ देयर ਮਾਈਂਡ, ਰਾਈਟ। ਤੇ ਬਟ ਇਹ ਹੈ ਕਿ ਲੁਕਿੰਗ ਐਟ ਦੀ ਫਾਈਨੈਂਸ਼ੀਅਲ ਨੌਲੇਜ ਬੇਸ ਅਸੀਂ ਇਹ ਕਰਦੇ ਹਾਂ ਕਿ ਨਾਰਮਲ ਇੰਟਰਸਟ ਰੇਟ ਪਿਛਲੀ ਕੁਝ ਹਿਸਟਰੀ ਦੇਖ ਕੇ ਕਿ ਜਨਰਲੀ ਮੈਂ ਪਿਛਲੇ 8-9 ਸਾਲਾਂ ਤੋਂ ਦੇਖ ਰਿਹਾ ਕਿ ਉਹ 2% ਦੇ ਲਾਗੇ ਛਾਗੇ ਇੱਕ ਹੁੰਦਾ ਹੈ, 2 ਤੋਂ 3 ਵਿੱਚ ਨੂੰ ਵੀ ਦੇਖੋ 2016 ਸਾਲ ਦੇ ਵਿੱਚ ਜਦ ਗਵਰਨਮੈਂਟ ਨੇ ਇੱਕਦਮ ਰੀਅਲ ਸਟੇਟ ਪੀਕ ਕਰ ਗਈ ਸੀ, ਕੰਟਰੋਲ ਕਰਨ ਲਈ ਇੰਟਰਸਟ ਲੈ ਕੇ ਗਏ ਸੀਗੇ ਉੱਪਰ, ਠੀਕ ਹੈ, ਬਟ ਫਿਰ ਕੋਵਿਡ ਆਇਆ, ਉਹਨਾਂ ਨੂੰ ਫਿਰ ਥੱਲੇ ਲਿਆ, ਤੇ ਇਹ ਤਾਂ ਉੱਪਰ ਥੱਲੇ ਦੀ ਗੇਮ ਚੱਲਦੀ ਰਹੇਗੀ। ਔਰ ਰੀਅਲ ਸਟੇਟ ਦੀ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਨਾ, ਉਹ ਹਮੇਸ਼ਾ ਲੌਂਗ ਟਰਮ ਇਨਵੈਸਟਮੈਂਟ ਹੁੰਦੀ ਹੈ। ਵੈਰੀ ਲੈਸ ਪੀਪਲ ਵੁੱਡ ਥਿੰਕ ਇਟ ਕਿ ਹਾਂ ਵੀ ਇਟ ਇਜ਼ ਅ ਸ਼ਾਰਟ ਟਰਮ ਇਨਵੈਸਟਮੈਂਟ, ਰੀਅਲ ਸਟੇਟ ਇਜ਼ ਅ ਲੌਂਗ ਟਰਮ ਇਨਵੈਸਟਮੈਂਟ, ਲੌਂਗ ਟਰਮ ਦੇਖ ਕੇ ਚੱਲੋ। ਆਈ ਵਿਲ ਨਾਟ ਗਾਈਡ ਸਮਬਡੀ ਟੂ ਪਲੇ ਦ ਗੇਮ, ਓਕੇ ਜੇ ਉਹਨਾਂ ਕੋਲ ਪੈਸਾ ਹੈਗਾ ਉਹ ਖੇਲ ਸਕਦੇ ਨੇ ਇਸ ਗੇਮ ਨੂੰ ਸ਼ਾਰਟ ਟਰਮ ਲਈ, ਠੀਕ ਹੈ, ਬਟ ਇੱਕ ਨਾਰਮਲ ਐਵਰੇਜ ਸਿਨੈਰੀਓ ਬੰਦੇ ਵਾਸਤੇ ਰੀਅਲ ਸਟੇਟ ਇਜ਼ ਅ ਲੌਂਗ ਟਰਮ ਗੇਮ। ਲੌਂਗ ਟਰਮ ਇਹਦੇ ਉੱਪਰ ਥੱਲੇ ਹੋ ਕੇ ਲੌਂਗ ਟਰਮ ਸਾਰੀ ਚੀਜ਼ਾਂ ਬੈਲੈਂਸ ਹੋ ਹੀ ਜਾਂਦੀਆਂ ਹੁੰਦੀਆਂ ਨੇ। ਬਿਲਕੁਲ ਜੀ, ਅੱਜ ਮੈਂ ਦੇਖਿਆ ਘਰ ਇੱਕ ਉਹ ਕਿਸੇ ਨੇ ਇਨ 90s 63,000 ਦਾ ਬਾਈ ਕੀਤਾ ਹੋਇਆ ਸੀਗਾ, ਐਂਡ ਮੈਂ ਇਹ ਚੀਜ਼ ਸੋਚ ਰਿਹਾ ਵੀ ਉਹਨੇ 63,000 ਦਾ ਬਾਈ ਕੀਤਾ, ਦੈਨ ਲਾਈਕ ਉਹਦੇ ਵਿੱਚ 7-8 ਟ੍ਰਾਂਸਫਰਸ ਹੋਏ ਸੀਗੇ, ਮੈਂ ਜੀਓ ਵੇਅਰ ਹਾਊਸ ਖੋਲੀ ਬੈਠਾ ਸੀਗਾ, ਸੋ ਦੈਟ ਮੀਨਸ ਉਹ ਅਗਲੇ ਨੇ ਸੈੱਲ ਕੀਤਾ ਹੁੰਦਾ ਹੈ ਨਾ, ਤੇ ਅੱਜ ਦੀ ਡੇਟ 'ਚ ਉਹ ਘਰ ਪੌਣੇ 6 ਲੱਖ ਦਾ ਉਹਨੇ ਲਾਇਆ ਹੋਇਆ। ਬਿਲਕੁਲ ਜੀ। ਸੋ ਮੈਂ ਇਹ ਚੀਜ਼ ਸੋਚ ਰਿਹਾ ਵੀ ਜੇ ਇੱਕ ਬੰਦੇ ਨੇ ਘਰ ਬਾਏ ਕੀਤਾ 63,000 ਦਾ ਕਿਸੇ ਟਾਈਮ ਦੇ ਵਿੱਚ, ਉਹਦੇ ਵਿੱਚੋਂ ਇਕੁਇਟੀ ਕੱਢ ਕੇ ਘਰ ਬਾਏ ਕਰੋ, ਦੈਨ ਲੀਵ ਇਟ। ਇਕੁਇਟੀ ਜਿਹੜੀ ਉਹਦੇ ਵਿੱਚੋਂ ਕੱਢੀ ਆ ਉਹਦੀ ਮੁੜ ਕੇ ਜਾਂਦੀ ਆ, ਉਹਨੂੰ ਪੇ ਆਫ ਕਰ ਲਓ ਥੋੜਾ ਜਿਹਾ, ਐਂਡ ਦੈਨ ਦੂਜੇ ਦੀ ਇਕੁਇਟੀ ਬਣ ਜਾਂਦੀ ਆ, ਉਹਦੇ ਵਿੱਚੋਂ ਕੱਢ ਲਓ। ਇਹ ਚੀਜ਼ ਇਦਾਂ ਹੀ ਹੋਣੀ ਚਾਹੀਦੀ ਹੈ ਜਾਂ ਬਾਇੰਗ ਸੈਲਿੰਗ ਕਰਕੇ ਸਾਰਾ ਕੁਝ ਕਰਨਾ ਚਾਹੀਦਾ? ਨਹੀਂ, ਉਹ ਡਿਪੈਂਡ ਕਰਦਾ ਹਰ ਇੱਕ ਬੰਦੇ ਦੇ ਉਹਦੀ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ, ਬਟ ਜੇ ਤੁਸੀਂ ਚੰਗਾ ਐਸੈਟ ਬੇਸ ਬਣਾਉਣਾ ਚਾਹੁੰਦੇ ਹੋ, ਬੈਸਟ ਇਹੀ ਹੁੰਦਾ ਹੈ ਕਿ ਤੁਸੀਂ ਘਰ ਬਾਏ ਕਰਦੇ ਹੋ, ਉਸ ਵੇਲੇ ਆਪਣੀ ਥੋੜੀ ਜਿਹੀ ਇਕੁਇਟੀ ਪਾ ਕੇ ਤੁਸੀਂ ਮੌਰਗੇਜ ਲੈ ਲਿਓ, ਜਦ ਘਰ ਦੀ ਥੋੜੀ ਵੈਲਿਊ ਅਪਰੀਸ਼ੀਏਟ ਹੋ ਜਾਂਦੀ ਹੈ ਤੁਸੀਂ ਉਹਨੂੰ ਰੀਫਾਈਨੈਂਸ ਕਰਾ ਕੇ ਉਹ 'ਚ ਥੋੜੀ ਜਿਹੀ ਇਕੁਇਟੀ ਵਿਡਰਾਅ ਕਰ ਸਕਦੇ ਹੋ। ਜਿਹੜੀ ਇਕੁਇਟੀ ਤੁਸੀਂ ਵਿਡਰਾਅ ਕੀਤੀ ਉਹਨੂੰ ਤੁਸੀਂ ਐਜ਼ ਅ ਡਾਊਨ ਪੇਮੈਂਟ ਨੈਕਸਟ ਪ੍ਰੋਪਰਟੀ ਲਈ ਯੂਜ਼ ਕਰ ਸਕਦੇ ਹੋ, ਫਿਰ ਨੈਕਸਟ ਪ੍ਰੋਪਰਟੀ ਤੇ ਮੌਰਗੇਜ ਲੈ ਕੇ ਉਹ ਪ੍ਰੋਪਰਟੀ ਹੋ ਗਈ। ਇੱਦਾਂ ਲੌਂਗ ਟਰਮ ਦੇ ਵਿੱਚ ਇੱਦਾਂ ਹੀ ਲੋਕਾਂ ਨੇ ਕੀਤਾ ਹੈ ਤੇ ਮੋਸਟਲੀ ਕਰਦੇ ਆ ਕਿ ਜੇ ਇੱਕ ਪ੍ਰੋਪਰਟੀ ਥੋੜੀ ਜਿਹੀ ਵਧੀ, ਆਪਾਂ ਉਹ 'ਚੋਂ ਇਕੁਇਟੀ ਕੱਢ ਕੇ ਉਹਨੂੰ ਨੈਕਸਟ ਪ੍ਰੋਪਰਟੀ ਵਾਸਤੇ ਡਾਊਨ ਪੇਮੈਂਟ ਯੂਜ਼ ਕਰ ਲਿਆ, ਉਸ ਤੋਂ ਬਾਅਦ ਜਦੋਂ ਨੈਕਸਟ ਟਾਈਮ ਉਹ ਪ੍ਰੋਪਰਟੀ ਹੋਰ ਉੱਪਰ ਗਈ ਆਪਾਂ ਉਹ 'ਚੋਂ ਫਿਰ ਇਕੁਇਟੀ ਕੱਢ ਕੇ ਅੱਗੇ ਵਾਸਤੇ ਯੂਜ਼ ਕਰ ਲਿਆ, ਤੇ ਇੱਦਾਂ ਹੀ ਲੋਕਾਂ ਨੇ ਪੋਰਟਫੋਲੀਓ ਬਣਾਇਆ ਜੀ, ਕਈ ਇੱਦਾਂ ਹੀ ਬਣਾਇਆ ਨਾ। ਬਾਕੀ ਆਪਾਂ ਚੱਲਦੇ ਰਹਾਂਗੇ ਜੀ। ਵੈਲ, ਥੈਂਕ ਯੂ ਸੋ ਮਚ ਸਾਰਿਆਂ ਦਾ। ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਸੋ ਮਚ।